ਤੁਸੀਂ ਸੁਣ ਰਹੇ ਹੋ GKU 90.4 ਤੇ ਮੈਂ ਮਨਪ੍ਰੀਤ ਬਰਾੜ ਹਾਜ਼ਰ ਹਾਂ ਪ੍ਰੋਗਰਾਮ ਸੰਵਾਦ ਲੈ ਕੇ। ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰਾਂਗੇ ਪ੍ਰਤੀਯੋਗਤਾ ਦੇ ਸਮੇਂ ਵਿੱਚ ਨੌਜਵਾਨ ਵਰਗ ਦੀ ਸਫਲਤਾ ਦੀ ਗੱਲ। ਤੇ ਇਸ ਵਿਸ਼ੇ ਤੇ ਸਾਡੇ ਨਾਲ ਸੰਵਾਦ ਕਰਨਗੇ ਡਾਕਟਰ ਜਗਤਾਰ ਸਿੰਘ ਧੀਮਾਨ ਸਰ। ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ 'ਚ। ਸ਼ੁਕਰੀਆ ਜੀ, ਬਹੁਤ-ਬਹੁਤ ਮੈਨੂੰ ਵੀ ਬਹੁਤ ਅੱਛਾ ਲੱਗ ਰਿਹਾ ਤੁਹਾਡੇ ਨਾਲ ਇਸ ਸੰਵਾਦ ਵਿੱਚ ਹਿੱਸਾ ਲੈਣ ਲਈ। ਸਰ ਸਭ ਤੋਂ ਪਹਿਲਾਂ ਤਾਂ ਤੁਸੀਂ ਵਧਾਈ ਦੇ ਪਾਤਰ ਹੋ ਕਿ ਤੁਸੀਂ ਗੁਰੂ ਕਾਸ਼ੀ ਰੇਡੀਓ ਦਾ ਸੁਪਨਾ ਦੇਖਿਆ ਤੇ ਇਹ ਹੁਣ ਜਿਹੜਾ ਇਹਦੀਆਂ ਜੜਾਂ ਪੁੰਗਰ ਰਹੀਆਂ ਤੇ ਇਹਨੂੰ ਫਲ ਲੱਗਣਾ ਸ਼ੁਰੂ ਹੋ ਰਿਹਾ। ਬਿਲਕੁਲ, ਮੈਨੂੰ ਵੀ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ 2017 ਦੇ ਵਿੱਚ ਜਿਹੜਾ ਅਸੀਂ ਸੁਪਨਾ ਲਿਆ ਸੀਗਾ ਕਿ ਯੂਨੀਵਰਸਿਟੀ ਆਲੇ ਦੁਆਲੇ ਦੇ ਲੋਕਾਂ ਦੇ ਨਾਲ ਕਿਸ ਤਰ੍ਹਾਂ ਵਿਚਰ ਸਕਦੀ ਹੈ, ਕਿਸ ਤਰ੍ਹਾਂ ਉਹਨਾਂ ਤੱਕ ਪਹੁੰਚ ਕਰ ਸਕਦੀ ਹੈ, ਤੇ ਅਸੀਂ ਇਸ FM ਰੇਡੀਓ ਦਾ ਜਿਹੜਾ ਪ੍ਰਪੋਜ਼ਲ ਮੈਂ ਉਦੋਂ ਭੇਜੀ ਸੀਗੀ ਔਰ ਇੰਡੀਅਨ ਗਵਰਨਮੈਂਟ ਨੇ ਉਸ ਨੂੰ ਸੈਂਕਸ਼ਨ ਕੀਤਾ। ਔਰ ਬਹੁਤ ਖੁਸ਼ੀ ਦੀ ਗੱਲ ਹੈ ਕਿ ਯੂਨੀਵਰਸਿਟੀ ਕੈਂਪਸ ਦੇ ਉੱਤੇ ਇਹ ਰੇਡੀਓ ਸਟੇਸ਼ਨ ਪੂਰੀ ਤਰ੍ਹਾਂ ਦੇ ਨਾਲ ਕੰਮ ਕਰਨਾ ਇਹਨੇ ਸ਼ੁਰੂ ਕਰ ਦਿੱਤਾ ਹੈ। ਔਰ ਅੱਜ ਪਹਿਲਾ ਪ੍ਰੋਗਰਾਮ ਆਪਾਂ ਸੰਵਾਦ ਰਚਾ ਰਹੇ ਹਾਂ ਇਸ ਖੁਸ਼ੀ ਦੇ ਮੌਕੇ ਦੇ ਵਿੱਚ ਕਿ ਸਾਡੇ ਨੌਜਵਾਨਾਂ ਨੂੰ ਕਿਵੇਂ ਜੋੜਿਆ ਜਾ ਸਕੇ। ਔਰ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਇਸ ਪਹਿਲੇ ਪ੍ਰੋਗਰਾਮ ਦੇ ਵਿੱਚ ਤੁਸੀਂ ਨੌਜਵਾਨਾਂ ਦੇ ਨਾਲ ਉਹਨਾਂ ਦੀ ਕਾਮਯਾਬੀ ਦੀ ਗੱਲ ਕੀਤੀ ਹੈ ਕਿ ਉਹਨਾਂ ਨੂੰ ਕਾਮਯਾਬੀ ਦੇ ਰਾਹ ਤੇ ਕਿਸ ਤਰ੍ਹਾਂ ਤੁਰੇਗਾ। ਜੀ, ਗੱਲ ਆਪਾਂ ਕਰਾਂਗੇ ਵੀ ਪ੍ਰਤੀਯੋਗਤਾ ਦੇ ਸਮੇਂ ਦੇ ਵਿੱਚ ਨੌਜਵਾਨ ਪੀੜ੍ਹੀ ਨੂੰ ਅਸੀਂ ਕਿਵੇਂ ਸਫਲਤਾ ਦੇ ਰਾਹ ਤੇ ਲਿਆ ਸਕਦੇ ਹਾਂ। ਪਰ ਮੈਨੂੰ ਸਭ ਤੋਂ ਪਹਿਲਾਂ ਇਹ ਲੱਗਦਾ ਵੀ ਸਾਡੀ ਨੌਜਵਾਨ ਪੀੜ੍ਹੀ ਭਟਕ ਚੁੱਕੀ ਹੈ। ਕੀ ਇਹ ਸੱਚ ਹੈ? ਉਹਨਾਂ ਨੂੰ ਰਾਹ ਨਹੀਂ ਮਿਲ ਰਿਹਾ ਕੋਈ? ਨਹੀਂ, ਆਪਾਂ ਨੂੰ ਇਸ ਤਰ੍ਹਾਂ ਨਹੀਂ ਲੈਣਾ ਚਾਹੀਦਾ ਕਿ ਸਾਡਾ, ਬਲਕਿ ਜਿਹੜਾ ਨੌਜਵਾਨ ਪੀੜ੍ਹੀ ਹੈ ਉਹ ਸਾਡੇ ਮੁਲਕ ਦੀ, ਸਾਡੇ ਪੰਜਾਬ ਦੀ, ਸਾਡੇ ਸੂਬੇ ਦੀ ਉਹ ਬੜੀ ਵੱਡੀ ਤਾਕਤ ਹੈ। ਜੇ ਆਪਾਂ ਗੱਲ ਕਰੀਏ ਕਿ ਸਾਡੇ ਹਿੰਦੁਸਤਾਨ ਦੇ ਵਿੱਚ 65% ਜਿਹੜੇ ਲੋਕ ਹੈ, ਸਾਡੀ ਜਿਹੜੀ ਜਨਸੰਖਿਆ ਹੈ ਉਹ 35 ਸਾਲਾਂ ਦੇ ਕਰੀਬ ਹੈ। ਉਹਨਾਂ ਨੇ ਨੌਕਰੀ ਵੀ ਲੈਣੀ ਹੈ, ਉਹਨਾਂ ਨੇ ਪੜ੍ਹਾਈ ਲਿਖਾਈ ਵੀ ਕੀਤੀ ਹੈ, ਉਹਨਾਂ ਨੇ ਆਪਣਾ ਹੁਨਰ ਵਿਕਾਸ ਵੀ ਕੀਤਾ ਔਰ ਇਹ ਇੱਕ ਬਹੁਤ ਵੱਡੀ ਤਾਕਤ ਹੈ ਦੁਨੀਆ ਦੇ ਵਿੱਚ। ਜਦੋਂ ਆਪਾਂ ਵੱਖ-ਵੱਖ ਦੇਸ਼ਾਂ ਦੀ ਗੱਲ ਕਰਦੇ ਹਾਂ ਤਾਂ ਹਿੰਦੁਸਤਾਨ ਇੱਕ ਐਸਾ ਦੇਸ਼ ਉੱਭਰ ਕੇ ਆਉਂਦਾ ਜਿਹਨੂੰ ਕਹਿੰਦੇ ਆਪਾਂ ਯੰਗ ਇੰਡੀਆ। कुछ करिए नस नस मेरी खोले हाय कुछ करिए बस बस बड़ा बोले अब कुछ करिए ओ कोई तो चल सिद्ध फड़िए तू बेतरिए या मरिए हाय कोई तो चल सिद्ध फड़िए तू बेतरिए या मरिए चक दे ਇਹ ਯੰਗ ਹੋਣਾ ਜਿਹੜਾ ਭਾਰਤ ਵਾਸਤੇ ਇੱਕ ਸ਼ੁਭ ਸੰਕੇਤ ਹੈ ਔਰ ਬਹੁਤ ਕੁਝ ਹਰ ਖੇਤਰ ਦੇ ਵਿੱਚ ਸਾਡੇ ਜਿਹੜੇ ਨੌਜਵਾਨ ਆ ਉਹ ਕਰਨ ਦੀ ਸਮਰੱਥਾ ਰੱਖਦੇ ਆ। ਤਾਂ ਮੈਂ ਸਮਝਦਾ ਕਿ ਭਟਕਣ ਵਾਲੀ ਕੋਈ ਗੱਲ ਨਹੀਂ। ਯੂਥ ਨੂੰ ਅਗਰ ਸਿੱਧੇ ਰਸਤੇ ਤੋਰਿਆ ਜਾਏ, ਉਹਨਾਂ ਨੂੰ ਐਸੀ ਸੇਧ ਦਿੱਤੀ ਜਾਏ ਔਰ ਉਹਨਾਂ 'ਚ ਬੇਸ਼ੁਮਾਰ એનર્ਜੀ ਹੈ, ਉਹਨਾਂ ਦੀ ਬੇਸ਼ੁਮਾਰ ਜਿਹੜੀ ਸੂਝ-ਬੂਝ ਹੈ, ਉਹ ਆਪਣੇ ਕਿੱਤੇ ਨੂੰ ਅਪਣਾ ਕੇ ਆਪਣੇ ਟੀਚੇ ਵੱਲ ਬਹੁਤ ਕਾਮਯਾਬੀ ਦੇ ਨਾਲ ਅੱਗੇ ਵੱਧ ਸਕਦੇ ਆ। ਤਾਂ ਮੈਂ ਸਮਝਦਾ ਕਿ ਸਾਨੂੰ ਇਸ ਤਰ੍ਹਾਂ ਲੈਣਾ ਚਾਹੀਦਾ। ਜੀ, ਜਿਵੇਂ ਅਸੀਂ ਦੇਸ਼ ਦੇ ਭਵਿੱਖ ਦੀ ਜਦੋਂ ਗੱਲ ਕਰਦੇ ਹਾਂ ਤਾਂ ਸਾਡੀ ਨੌਜਵਾਨ ਪੀੜ੍ਹੀ ਸਾਡੀ ਕੌਮ ਦਾ ਸਰਮਾਇਆ ਹੈ, ਸਾਡੀ ਆਉਣ ਵਾਲੀ ਕੌਮ ਹੈ। ਤੇ ਕੀ ਅਸੀਂ ਸਾਡੇ ਨੌਜਵਾਨਾਂ ਤੋਂ ਇਹ ਉਮੀਦ ਰੱਖ ਸਕਦੇ ਹਾਂ ਵੀ ਸਾਡਾ ਆਉਣ ਵਾਲਾ ਜਿਹੜਾ ਇੰਡੀਆ ਭਾਰਤ ਹੈਗਾ ਜਿਹੜਾ ਉਹ ਬਹੁਤ ਵਧੀਆ ਹੋਊਗਾ? ਬਿਲਕੁਲ, ਮੈਂ ਸਮਝਦਾ ਕਿ ਜੇ ਇਸ ਗੱਲ ਨੂੰ ਆਪਾਂ ਸਮਝ ਕੇ ਅੱਗੇ ਵਧੀਏ ਤਾਂ ਸਾਡੀਆਂ ਸਾਰੀਆਂ ਯੂਨੀਵਰਸਿਟੀਆਂ, ਸਾਡੇ ਸਾਰੇ ਵਿਦਿਅਕ ਅਦਾਰੇ ਇਸ ਪਾਸੇ ਬਹੁਤ ਵੱਡਾ ਯੋਗਦਾਨ ਪਾ ਸਕਦੇ ਆ। ਜੇ ਆਪਾਂ ਗੱਲ ਗੁਰੂ ਕਾਸ਼ੀ ਯੂਨੀਵਰਸਿਟੀ ਦੀ ਕਰੀਏ ਤਾਂ ਮੈਂ ਸਮਝਦਾ ਕਿ ਗੁਰੂ ਕਾਸ਼ੀ ਯੂਨੀਵਰਸਿਟੀ ਨੇ ਆਪਣਾ ਮੋਟੋ ਇਹ ਰੱਖਿਆ ਕਿ ਇੰਪਾਵਰਿੰਗ ਯੂਥ, ਇੰਪਾਵਰਿੰਗ ਇੰਡੀਆ, ਕਿ ਆਪਾਂ ਦੇਸ਼ ਦੇ ਵਿਕਾਸ ਦੇ ਵਿੱਚ ਨੌਜਵਾਨ ਕਿਵੇਂ ਆਪਣਾ ਯੋਗਦਾਨ ਪਾ ਸਕਦੇ ਆ ਔਰ ਉਸ ਪਾਸੇ ਆਪਾਂ ਨੌਜਵਾਨਾਂ ਨੂੰ ਤਿਆਰ ਕਰਨ ਵਾਸਤੇ ਪ੍ਰੋਗਰਾਮ ਐਸੇ ਉਲੀਕੀਏ ਔਰ ਉਹਨਾਂ ਦੇ ਵਿੱਚ ਅਸੀਂ ਐਸੀ ਸਮਰੱਥਾ ਪਾਈਏ, ਉਹਨਾਂ ਦੇ ਵਿੱਚ ਪ੍ਰਤਿਭਾ ਜਿਹੜੀ ਹੈਗੀ ਹੈ ਉਹਨਾਂ ਨੂੰ ਹੋਰ ਉਜਾਗਰ ਕਰੀਏ, ਉਹਨਾਂ ਦੇ ਵਿੱਚ ਸਕਿੱਲ ਡਿਵੈਲਪਮੈਂਟ ਕਰੀਏ ਤਾਂ ਕਿ ਉਹ ਆਪਣੀ ਪੜ੍ਹਾਈ ਲਿਖਾਈ ਤੋਂ ਬਾਅਦ ਕੁਝ ਐਸੇ ਕਾਮਯਾਬੀ ਦੇ ਨਾਲ ਉਹ ਕਿਤੇ ਅਪਣਾ ਸਕਣ ਜਿਸ 'ਚ ਦੇਸ਼ ਦਾ ਵਿਕਾਸ ਹੋ ਸਕੇ। ਸੋ ਸਰ, ਮੇਰਾ ਅਗਲਾ ਸਵਾਲ ਜਿਹੜਾ ਹੈਗਾ ਨੌਜਵਾਨਾਂ ਦੀ ਜਿਹੜੀ ਚੰਗੀ ਕਾਰਜਕਰਦੀ ਹੈਗੀ ਹੈ ਉਹਦੇ ਤੋਂ ਤੁਸੀਂ ਕੀ ਉਮੀਦ ਕਰਦੇ ਹੋ? ਜਦੋਂ ਆਪਾਂ ਨੌਜਵਾਨ ਕਹਿੰਦੇ ਆ, ਇਹਦਾ ਮਤਲਬ ਸਾਡੇ ਜ਼ਿੰਦਗੀ ਦਾ ਇੱਕ ਉਹ ਹਿੱਸਾ ਹੈ ਜਦੋਂ ਸਾਡੇ ਵਿੱਚ ਕਰਨ ਦੀ ਸਮਰੱਥਾ ਹੁੰਦੀ ਹੈ, ਸਾਡੇ ਦੇ ਵਿੱਚ ਪੂਰੀ એનર્ਜੀ ਹੁੰਦੀ ਹੈ, ਸਾਡੇ ਵਿੱਚ ਇੱਕ ਤਮੰਨਾ ਹੁੰਦੀ ਹੈ ਕਿ ਅੱਗੇ ਵਧਣ ਦੀ ਔਰ ਸਾਡੀਆਂ ਕੁਝ ਆਦਤਾਂ ਅਗਰ ਇਸ ਤਰ੍ਹਾਂ ਦੀਆਂ ਬਣ ਜਾਣ ਕਿ ਅਸੀਂ ਉਸ ਤਮੰਨਾ ਦੇ ਹਿਸਾਬ ਨਾਲ ਆਪਾਂ ਅੱਗੇ ਆਪਣੇ ਆਪ ਨੂੰ ਤੋਰ ਸਕੀਏ ਤਾਂ ਮੈਂ ਸਮਝਦਾ ਕਿ ਬਹੁਤ ਵੱਡਾ ਜਿਹੜਾ ਕਾਰਜ ਹੋ ਸਕਦਾ। ਸਾਡੀ ਜਿਹੜੀ ਸੁਸਾਇਟੀ ਹੈ ਉਹ ਅੱਗੇ ਵੱਧ ਸਕਦੀ ਹੈ ਔਰ ਉਹ ਅੱਗੇ ਬਹੁਤ ਕੁਝ ਕਰ ਸਕਦੀ ਹੈ ਜੇ ਨੌਜਵਾਨਾਂ ਨੂੰ ਸਹੀ ਰਸਤੇ ਦੇ ਉੱਤੇ ਤੋਰਿਆ ਜਾ ਸਕੇ। ਆਪਾਂ ਇਹ ਕਹਿੰਦੇ ਆ ਕਿ ਸਾਡੀ ਜਿਹੜੀ ਸੁਸਾਇਟੀ ਹੈ, ਸਾਡਾ ਜਿਹੜਾ ਸਮਾਜ ਹੈ, ਉਸ ਦੇ ਵਿੱਚ ਜਿਹੜਾ ਯੂਥ ਹੈ ਉਸ ਦੇ ਵਿੱਚ ਇਸ ਤਰ੍ਹਾਂ ਦੀ ਤਾਕਤ ਹੈ, ਇਸ ਤਰ੍ਹਾਂ ਉਹਦੇ ਵਿੱਚ ਆਈਡੀਅਲਿਜ਼ਮ ਹੈ, ਇਸ ਤਰ੍ਹਾਂ ਉਹਦੇ ਵਿੱਚ ਇੰਥੂਜ਼ੀਆਜ਼ਮ ਹੈ ਔਰ ਇਸ ਤਰ੍ਹਾਂ ਦਾ ਉਹਦੇ ਵਿੱਚ ਹੌਸਲਾ ਹੈ ਕਿ ਉਹ
ਯੰਗ ਲੋਕ ਜਿਹੜੇ ਨੌਜਵਾਨ ਲੋਕ ਹੈ ਉਹ ਸੁਸਾਇਟੀ ਨੂੰ ਹੀ ਤਿਆਰ ਕਰ ਸਕਦੇ ਆ ਕਿ ਅਗਾਂਹ ਵਧੂ ਸੁਸਾਇਟੀ ਬਣਾਉਣ ਵਾਸਤੇ। ਤੇ ਨੌਜਵਾਨਾਂ ਨੂੰ ਜਦੋਂ ਆਪਾਂ ਕਾਮਯਾਬੀ ਦੀ ਗੱਲ ਕਰਦੇ ਹਾਂ ਤੇ ਫਿਰ ਕਾਮਯਾਬੀ ਹਾਸਿਲ ਕਰਨ ਵਾਸਤੇ ਉਹਨਾਂ ਨੂੰ ਕੀ ਕਰਨਾ ਚਾਹੀਦਾ ਤੇ ਕਿਹੜੇ ਰਾਹ ਤੇ ਉਹਨਾਂ ਨੂੰ ਤੁਰਨਾ ਪੈਂਦਾ? ਬਿਲਕੁਲ, ਜੇ ਆਪਾਂ ਕਹਿੰਦੇ ਆ ਕਿ ਨੌਜਵਾਨ ਕਿਹੜੇ ਰਾਹ ਤੇ ਤੁਰਨ, ਤੇ ਜਿਸ ਰਾਹ ਦੇ ਉੱਤੇ ਨੌਜਵਾਨ ਤੁਰੇਗਾ ਸਟੇਟ, ਸੂਬਾ ਔਰ ਦੇਸ਼ ਵੀ ਉਸੇ ਰਾਹ ਤੁਰੇਗਾ। ਤੇ ਮੈਂ ਸਮਝਦਾ ਕਿ ਸਾਡਾ ਜਿਹੜੀ ਨੌਜਵਾਨ ਪੀੜ੍ਹੀ ਹੈ ਇਹ ਇੱਕ ਆਧਾਰਸ਼ਿਲਾ ਹੈ, ਇੱਕ ਫਾਊਂਡੇਸ਼ਨ ਹੈ ਕਿ ਕਿਸੇ ਵੀ ਦੇਸ਼ ਵਾਸਤੇ ਕਿ ਉਹਨੇ ਕੀ ਕਰਨਾ ਹੈ। ਜੇ ਉਹਨਾਂ ਦੇ ਨੌਜਵਾਨ ਸਹੀ ਦਿਸ਼ਾ ਵੱਲ ਵਧਦੇ ਆ ਤਾਂ ਉਹ ਦੇਸ਼ ਵੀ ਸਹੀ ਦਿਸ਼ਾ ਵੱਲ ਵਧੇਗਾ। ਇਸੇ ਕਰਕੇ ਹੀ ਜਿੱਦਾਂ ਗੁਰੂ ਕਾਸ਼ੀ ਯੂਨੀਵਰਸਿਟੀ ਦੀ ਆਪਾਂ ਉਦਾਹਰਨ ਲਈਏ, ਇਹਨਾਂ ਨੇ ਨੌਜਵਾਨਾਂ ਨੂੰ ਐਮਪਾਵਰ ਕਰਨ ਵਾਸਤੇ ਕਈ ਤਰ੍ਹਾਂ ਦੇ ਪ੍ਰੋਗਰਾਮ ਜਿਹੜੇ ਆ ਸ਼ੁਰੂ ਕੀਤੇ ਆ। ਇਹਦੇ ਵਿੱਚ ਇਸ ਤਰ੍ਹਾਂ ਦੇ ਕੋਰਸ ਸ਼ੁਰੂ ਕੀਤੇ ਆ ਜਿਨ੍ਹਾਂ 'ਚ ਨੌਜਵਾਨਾਂ ਦੇ ਵਿੱਚ ਜਿਹੜਾ ਹੁਨਰ ਵਿਕਾਸ ਹੋ ਸਕੇ, ਸਕਿੱਲ ਡਿਵੈਲਪਮੈਂਟ ਹੋ ਸਕੇ। ਤੁਸੀਂ ਪੁੱਛਿਆ ਕਿ ਨੌਜਵਾਨ ਕਿਹੜੇ ਰਸਤੇ ਤੇ ਤੁਰੇ। ਨੌਜਵਾਨਾਂ ਨੂੰ ਸਭ ਤੋਂ ਪਹਿਲਾਂ ਤਾਂ ਇਹ ਸਮਝਣਾ ਚਾਹੀਦਾ ਕਿ ਸਾਊਂਡ ਮਾਈਂਡ ਇਨ ਅ ਸਾਊਂਡ ਬਾਡੀ, ਤੇ ਆਪਣਾ ਸਰੀਰਕ ਤੌਰ ਦੇ ਉੱਤੇ ਨੌਜਵਾਨਾਂ ਨੂੰ ਆਪਣੇ ਆਪ ਨੂੰ ਰੱਖਣਾ ਚਾਹੀਦਾ। ਇਹਦੇ ਵਿੱਚ ਤਿੰਨ ਗੱਲਾਂ ਜਿਹੜੀਆਂ ਬਹੁਤ ਮੈਂ ਸਮਝਦਾ ਜ਼ਰੂਰੀ ਹੈ ਕਿ ਨੌਜਵਾਨ ਨੂੰ, ਹਰ ਇੱਕ ਇੰਡੀਵਿਜੂਅਲ ਨੂੰ ਆਪਣੇ ਆਪ ਨੂੰ ਫਿਜ਼ੀਕਲੀ ਫਿਟ ਰੱਖਣਾ ਚਾਹੀਦਾ ਔਰ ਮੈਂਟਲੀ ਅਲਰਟ ਰੱਖਣਾ ਚਾਹੀਦਾ ਔਰ ਮੋਰਲੀ ਜਾਂ ਸਪਿਰਿਚੁਅਲੀ ਅਵੇਕਨਡ ਰੱਖਣਾ ਚਾਹੀਦਾ। ਜੇ ਆਪਾਂ ਗੱਲ ਕਰਦੇ ਹਾਂ ਕਿ ਆਪਣੇ ਆਪ ਨੂੰ ਫਿਟ ਕਿਸ ਤਰ੍ਹਾਂ ਰੱਖਿਆ ਜਾ ਸਕੇ, ਇਹ ਜ਼ਰੂਰੀ ਹੈ ਕਿ ਨੌਜਵਾਨਾਂ ਨੂੰ ਯੋਗਾ ਵਗੈਰਾ ਦੇ ਉੱਤੇ ਜਾਂ ਜਿਮ ਦੇ ਵਿੱਚ ਜਾ ਕੇ ਆਪਣੇ ਆਪ ਨੂੰ ਉਹ ਹਿਸਟ ਪੁਸ਼ਟ ਬਣਾ ਸਕਣ, ਆਪਣੀ ਤੰਦਰੁਸਤੀ ਨੂੰ ਬਰਕਰਾਰ ਰੱਖ ਸਕਣ। ਤੇ ਅੱਜ ਕੱਲ ਸਾਰੇ ਆਪਾਂ ਸਮਝਦੇ ਹਾਂ ਕਿ ਨੌਜਵਾਨਾਂ 'ਚ ਇੱਕ ਐਸੀ ਸੂਝ-ਬੂਝ ਹੈ ਕਿ ਆਪਣੀ ਬਾਡੀ ਬਣਾਓ, ਆਪਣੇ ਡੌਲੇ ਬਣਾਓ, ਆਪਣੇ ਸਰੀਰ ਨੂੰ ਜਿਹੜੇ ਐਪਸ 6 ਪੈਕਸ ਜਿਹੜਾ ਹੈ ਉਹ ਤਿਆਰ ਕਰਕੇ ਦਿਓ। ਇਹ ਚੰਗੀ ਗੱਲ ਹੈ, ਲੇਕਿਨ ਨੌਜਵਾਨਾਂ ਨੂੰ ਇਸ ਗੱਲ ਦਾ ਵੀ ਖਿਆਲ ਰੱਖਣਾ ਚਾਹੀਦਾ ਕਿ ਆਪਾਂ ਜਿਮ ਦੇ ਵਿੱਚ ਜਾ ਕੇ ਕੁਝ ਐਸੀਆਂ ਹਰਕਤਾਂ ਕਰਕੇ ਆਪਣੇ ਆਪ ਨੂੰ ਐਸੀ ਖੁਰਾਕ ਨਾ ਦਈਏ ਜਿਹਦੇ ਨਾਲ ਸਿਰਫ ਮਸਲ ਸਾਡੇ ਬਣਦੇ ਆ ਲੇਕਿਨ ਉਹਦਾ ਲੌਂਗ ਟਰਮ ਜਿਹੜਾ ਨੁਕਸਾਨ ਪਹੁੰਚਦਾ। ਆਪਾਂ ਬਿਲਕੁਲ ਸਹੀ ਤਰੀਕੇ ਦੇ ਨਾਲ ਆਪਣੇ ਆਪ ਨੂੰ ਫਿਜ਼ੀਕਲੀ ਫਿਟ ਬਣਾਉਣ ਵਾਸਤੇ ਐਕਸਰਸਾਈਜ਼ ਕਰਨੀ ਚਾਹੀਦੀ ਹੈ ਔਰ ਸਾਨੂੰ ਆਪਣੇ ਆਪ ਨੂੰ, ਨੌਜਵਾਨ ਨੂੰ ਚਾਹੀਦਾ ਕਿ ਰੋਜ਼ ਆਪਣੇ ਆਪ ਨੂੰ ਪ੍ਰਸ਼ਨ ਕਰੇ ਕਿ ਤੈਨੂੰ ਕਿਸ ਚੀਜ਼ ਦੀ ਲੋੜ ਹੈ, ਤੂੰ ਕੀ ਚਾਹਣਾ ਹੈ, ਤੂੰ ਕਿਸ ਰਸਤੇ ਤੇ ਤੁਰਨਾ ਚਾਹਣਾ। ਨੌਜਵਾਨ ਦੇ ਅੰਦਰੋਂ ਆਵਾਜ਼ ਆਏਗੀ ਜੇ ਉਸ ਦੇ ਵਿੱਚ ਇੱਕ ਐਸਪੀਰੇਸ਼ਨ ਹੈ, ਇੱਕ ਉਹਦਾ ਐਪਟੀਚਿਊਡ ਹੈ, ਜੇ ਉਸ ਦੇ ਵਿੱਚ ਉਹ ਸਮਝਦਾ ਕਿ ਮੈਂ ਇਸ ਰਸਤੇ ਤੇ ਅੱਗੇ ਵਧਣਾ। ਨੌਜਵਾਨਾਂ ਦੇ ਅੰਦਰੋਂ ਇਹ ਚੀਜ਼ ਪੈਦਾ ਹੁੰਦੀ ਹੈ, ਉਹ ਆਪਣੇ ਆਪ ਨੂੰ ਕੁਐਸਚਨ ਕਰੇ ਔਰ ਇਸ ਦੇ ਨਾਲ ਉਹਨੂੰ ਕਾਫੀ ਜਿਹੜਾ ਲਾਭ ਹੋ ਸਕੇਗਾ। ਔਰ ਨੌਜਵਾਨ ਜਿਹੜੇ ਹੈ ਕੋਈ ਐਸੀ ਅਨਐਥੀਕਲ ਚੀਜ਼ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ। ਜੇ ਆਪਾਂ ਕਹਿੰਦੇ ਆਪਣੇ ਆਪ ਨੂੰ ਮੋਰਲੀ ਅਵੇਕਨ ਕਰਨਾ, ਸਪਿਰਿਚੁਅਲੀ ਹਾਈਲਾਈਟ ਕਰਨਾ, ਤਾਂ ਉਹਨੂੰ ਐਸੇ ਨਾ ਕੋਈ ਕੰਮ ਕਰੇ ਜਿਹੜੇ ਅਨਐਥੀਕਲ ਹੋਣ, ਐਥੀਕਲੀ ਉਹ ਸਾਊਂਡ ਨਾ ਹੋਣ। ਔਰ ਮੈਂ ਸਮਝਦਾ ਕਿ ਨੌਜਵਾਨਾਂ ਨੂੰ ਆਪਣੀ ਦੋਸਤੀ ਜਿਹੜੀ ਹੈ ਉਹ ਉਸ ਦਾ ਸਹਾਰਾ ਲੈਣਾ ਚਾਹੀਦਾ। ਦੋਸਤੀ ਦੇ ਨਾਲ ਅੰਦਰ ਬੜੇ ਪੋਜ਼ਿਟਿਵ ਇਮੋਸ਼ਨਸ ਪੈਦਾ ਹੁੰਦੇ ਆ ਔਰ ਦੋਸਤੀ ਜਿਹੜੀ ਉਹਨੂੰ ਪੋਜ਼ਿਟਿਵਲੀ ਲੈਣੀ ਚਾਹੀਦੀ ਹੈ। ਔਰ ਨੌਜਵਾਨਾਂ ਨੂੰ ਚਾਹੀਦਾ ਹੈ ਕਿ ਇੱਕ ਅੱਛੇ ਲਿਟਰੇਚਰ ਦੇ ਨਾਲ ਉਹ ਜੁੜੇ ਜਾ ਸਕੇ ਔਰ ਅੱਛਾ ਜਿਹੜਾ ਗਿਆਨ ਪ੍ਰਾਪਤ ਕਰੇ। ਔਰ ਆਪਣੀ ਪੜ੍ਹਾਈ ਲਿਖਾਈ ਤੋਂ ਇਲਾਵਾ ਨੌਜਵਾਨਾਂ ਨੂੰ ਚਾਹੀਦਾ ਕਿ ਜਿਹੜਾ ਸਾਡਾ ਸਾਹਿਤ ਹੈ ਔਰ ਉਹਦੇ ਵਿੱਚ ਜਿਹੜੀਆਂ ਕਾਮਯਾਬ ਲੋਕ ਸਾਡੇ ਹੋਏ, ਸਾਡੇ ਜਿਹੜੇ ਹੀਰੋ ਹੋਏ ਆ, ਉਹਨਾਂ ਦੀਆਂ ਸਕਸੈਸ ਸਟੋਰੀਜ਼ ਉਹ ਪੜ੍ਹਨ ਔਰ ਉਹਨਾਂ ਤੋਂ ਸੇਧ ਲੈਣ। ਔਰ ਉਹਨਾਂ ਨੂੰ, ਨੌਜਵਾਨਾਂ ਨੂੰ ਇਹ ਚਾਹੀਦਾ ਕਿ ਇਹ ਸਮਝਣ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਉਹਨਾਂ ਨੂੰ ਪ੍ਰਮਾਤਮਾ ਨੇ ਬਹੁਤ ਕੁਝ ਬਖਸ਼ਿਸ਼ ਕੀਤੀ ਹੈ ਕਿ ਸਾਡੀ ਉਸ ਏਜ ਦੇ ਵਿੱਚ ਅਥਾਹ એનર્ਜੀ ਹੈ, ਸਾਡੀ ਉਸ ਏਜ ਦੇ ਵਿੱਚ ਬਹੁਤ ਸਾਰੀਆਂ ਤਾਕਤਾਂ ਹੈ। ਉਹਨਾਂ ਨੂੰ ਆਪਣੀਆਂ ਸਟਰੈਂਥਸ ਦੇ ਨਾਲ ਵਾਕਿਫ ਹੋਣਾ ਚਾਹੀਦਾ। ਉਹਨਾਂ ਨੂੰ ਇਹ ਦੇਖਣਾ ਚਾਹੀਦਾ ਕਿ ਪ੍ਰਮਾਤਮਾ ਨੇ ਸਾਨੂੰ ਕਿਹੜੀਆਂ ਬਖਸ਼ਿਸ਼ਾਂ ਕੀਤੀਆਂ। ਵਨ ਸ਼ੁੱਡ ਕਾਊਂਟ देयर ਬਲੇਸਿੰਗਸ, ਤੇ ਉਹਦੇ ਨਾਲ ਉਹਨਾਂ ਨੂੰ ਬੜਾ ਫਾਇਦਾ ਹੋ ਸਕੇਗਾ ਕਿ ਉਹ ਆਪਣਾ ਦੇਖਣ ਕਿ ਮੇਰੇ ਵਿੱਚ ਐਪਟੀਚਿਊਡ ਕੀ ਹੈ, ਕੀ ਉਹ ਐਜੂਕੇਸ਼ਨ 'ਚ ਜਾਣਾ ਚਾਹੁੰਦੇ ਆ, ਕੀ ਉਹ ਐਂਟਰਪ੍ਰੀਨਰ ਬਣਨਾ ਚਾਹੁੰਦੇ ਆ, ਕੀ ਉਹ ਮੋਟੀਵੇਸ਼ਨਲ ਸਪੀਕਰ ਬਣਨਾ ਚਾਹੁੰਦੇ ਆ, ਜਾਂ ਕੀ ਉਹ ਸਾਹਿਤਕਾਰ ਬਣਨਾ ਚਾਹੁੰਦੇ ਆ। ਕਈ ਤਰ੍ਹਾਂ ਦੀਆਂ ਪੋਸੀਬਿਲਿਟੀਜ਼ ਹੈਗੀਆਂ। ਨੌਜਵਾਨ ਆਪਣੀ ਸੂਝ-ਬੂਝ ਦੇ ਹਿਸਾਬ ਦੇ ਨਾਲ ਸਹੀ ਦਿਸ਼ਾ ਨੂੰ ਚੁਣੇਗਾ ਔਰ ਸਹੀ ਦਸ਼ਾ ਪੈਦਾ ਕਰੇਗਾ ਤਾਂ ਆਪਣੇ ਭਵਿੱਖ ਨੂੰ ਸਵਾਰਨ ਦੇ ਵਿੱਚ ਪੂਰਾ ਕਾਮਯਾਬ ਹੋ ਸਕੇਗਾ। ਸਰ, ਅਗਲਾ ਜਿਹੜਾ ਸਵਾਲ ਹੈਗਾ ਵੀ ਆਪਾਂ ਪਿਛਲੇ ਕੁਝ ਕੁ ਸਮੇਂ ਤੋਂ ਦੇਖ ਰਹੇ ਹੈਗੇ ਆ ਵੀ ਸਾਡੀ ਨੌਜਵਾਨ ਪੀੜ੍ਹੀ ਦੇ ਵਿੱਚ ਬਾਹਰਲੇ ਮੁਲਕ ਜਾ ਕੇ ਸੈਟਲ ਹੋਣ ਦਾ ਰੁਝਾਨ ਹੈ ਜਿਹੜਾ ਇਹ ਵੱਧ ਰਿਹਾ, ਤੇ ਫਿਰ ਇਹਦੇ ਵਾਸਤੇ ਤੁਸੀਂ ਨੌਜਵਾਨਾਂ ਦੇ ਨਾਲ ਕੀ ਨੁਕਤਾ ਸਾਂਝਾ ਕਰੋਗੇ? ਦੇਖੋ, ਇਹ ਪੰਜਾਬ ਦੇ ਵਿੱਚ ਬਹੁਤ ਵੱਡੀ ਇੱਕ ਸੋਸ਼ੀਓਲੋਜੀਕਲ ਸਮੱਸਿਆ ਹੈਗੀ ਹੈ ਕਿ ਸਾਡਾ ਨੌਜਵਾਨ ਜਿਹੜਾ ਹੈ ਉਹ ਵਹੀਰਾਂ ਕੱਤ ਕੇ ਦੇਸ਼ ਤੋਂ ਬਾਹਰ ਜਾਣਾ ਚਾਹੁੰਦਾ। ਇਹਦੇ ਕਈ ਕਾਰਨ ਹੈ, ਉਹਨਾਂ ਨੂੰ ਪਹਿਚਾਨਣਾ ਪਏਗਾ। ਕਈ ਤਾਂ ਕੇਸ ਮੈਨੂੰ ਇਸ ਤਰ੍ਹਾਂ ਦਾ ਵੀ ਪਤਾ ਕਿ ਸਾਡੇ ਘਰ ਵਾਲੇ ਕਹਿੰਦੇ ਬੱਚਿਆਂ ਨੂੰ ਵੀ ਤੁਸੀਂ ਬਾਹਰ ਨਿਕਲ ਜਾਓ ਤਾਂ ਚੰਗਾ, ਕਿਉਂਕਿ ਇੱਥੇ ਦੇ ਜਿਹੜੇ ਸਥਾਨਕ ਸਾਡੀਆਂ ਹਾਲਾਤ ਹੈ, ਸਾਡੇ ਉਹ ਨਸ਼ੇ ਦੀ ਪ੍ਰਵਿਰਤੀ ਵੱਧ ਰਹੀ ਹੈ, ਸਾਡੇ ਕੋਲ ਅਨਐਮਪਲੋਇਮੈਂਟ ਹੈ, ਸਾਡੇ ਕੋਲ ਐਗਰੀਕਲਚਰ ਦੇ ਵਿੱਚ ਜਿਹੜੇ ਬਹੁਤ ਮਾਂ-ਪਿਓ ਕੰਮ ਕਰਦੇ ਆ ਉਹਨਾਂ ਦੇ ਵਿੱਚ ਕਰਜ਼ੇ ਦੀ ਪ੍ਰਵਿਰਤੀ ਜਿਹੜੀ ਹੈਗੀ ਆ, ਕਈ ਤਰ੍ਹਾਂ ਦੇ ਫੈਕਟਰੀਜ਼ ਨਾਲ ਜੁੜੇ ਹੋਏ ਆ ਜਿਹਦੇ ਕਰਕੇ ਨੌਜਵਾਨ ਜਿਹੜੇ ਆ ਉਹ ਬਾਹਰ ਜਾਣ ਦੀ ਪ੍ਰਵਿਰਤੀ ਰੱਖਦੇ ਆ। ਲੇਕਿਨ ਜਦੋਂ ਉਹ ਬਾਹਰ
ਬਾਹਰ ਜਾਂਦੇ ਆ, ਬਾਹਰ ਜਾਣ ਦਾ ਉਹਨਾਂ ਨੂੰ ਪ੍ਰੋਸੀਜਰ ਫੋਲੋ ਕਰਨਾ ਪੈਂਦਾ। ਆਈਲੈਟਸ ਦੀ ਤਿਆਰੀ ਕਰਕੇ ਬਾਹਰ ਜਾਂਦੇ ਆ, ਉਹ ਬਾਹਰ ਜਾ ਕੇ ਨੌਕਰੀ ਲੱਭਣ ਦੀ ਉਹਨਾਂ ਨੂੰ ਕੋਸ਼ਿਸ਼ ਕਰਨੀ ਪੈਂਦੀ ਹੈ, ਪਰਮਾਨੈਂਟ ਰੈਜ਼ੀਡੈਂਸ ਜਾ ਕੇ ਲੱਭਣ ਦੀ ਕੋਸ਼ਿਸ਼ ਕਰਦੇ ਆ। ਲੇਕਿਨ ਮੈਂ ਹੁਣ ਬਾਹਰ ਦੇਖਿਆ ਕਈ ਕੰਟਰੀਆਂ ਦੇ ਵਿੱਚ ਕਿ ਉੱਥੇ ਉਹਨਾਂ ਨੂੰ ਜਦੋਜਹਿਦ ਬਹੁਤ ਕਰਨੀ ਪੈਂਦੀ ਹੈ। ਆਪਣੇ ਆਪ ਜਿਹੜੀਆਂ ਮੈਂ ਗੱਲਾਂ ਪਹਿਲਾਂ ਦੱਸੀਆਂ ਉਹਨਾਂ ਦਾ ਖਿਆਲ ਰੱਖਣਾ ਪੈਂਦਾ, ਆਪਣੇ ਆਪ ਨੂੰ ਇੱਕ ਚੰਗੇ ਦਾਇਰੇ ਦੇ ਵਿੱਚ ਕਨਫਾਈਨ ਕਰਨਾ ਪੈਂਦਾ ਔਰ ਗਾਂ ਸੂਝ-ਬੂਝ ਨੂੰ ਕਾਇਮ ਰੱਖਣਾ ਪੈਂਦਾ। ਨੌਕਰੀ ਦੀ ਤਲਾਸ਼ ਕਰਨੀ ਪੈਂਦੀ ਹੈ, ਮਿਹਨਤ ਕਰਨੀ ਪੈਂਦੀ ਹੈ, ਆਪਣੇ ਕੰਫਰਟ ਜ਼ੋਨ ਚੋਂ ਬਾਹਰ ਨਿਕਲਣਾ ਪੈਂਦਾ। ਤਾਂ ਮੈਂ ਸਮਝਦਾ ਕਿ ਨੌਜਵਾਨਾਂ ਦੇ ਵਿੱਚ ਜੇ ਉਹ ਕੰਫਰਟ ਜ਼ੋਨ ਚੋਂ ਬਾਹਰ ਨਿਕਲਣ, ਐਥੀਕਲੀ ਆਪਣੇ ਆਪ ਨੂੰ ਸਟਰੋਂਗ ਕਰਨ, ਤਾਂ ਉਹ ਇਹ ਜ਼ਰੂਰ ਸਮਝ ਸਕਦੇ ਆ ਕਿ ਸਾਡਾ ਜਿਹੜਾ ਭਵਿੱਖ ਹੈ ਅਸੀਂ ਹਿੰਦੁਸਤਾਨ 'ਚ ਰਹਿ ਕੇ ਵੀ ਸਵਾਰ ਸਕਦੇ ਹਾਂ। ਮਿਹਨਤ ਕਰਨੀ ਚੰਗੀ ਗੱਲ ਹੈ, ਆਪਣੇ ਆਪ ਨੂੰ ਐਂਟਰਪ੍ਰੀਨਿਓਰਸ਼ਿਪ ਦੇ ਨਾਲ ਜੋੜਨਾ ਚੰਗੀ ਗੱਲ ਹੈ, ਆਪਣੇ ਮਾਪਿਓ ਦੀ ਗੱਲ ਮੰਨਣੀ ਚੰਗੀ ਗੱਲ ਹੈ। ਸਾਰੀਆਂ ਗੱਲਾਂ ਇਕੱਠੀਆਂ ਹੋ ਕੇ ਗੱਲ ਆ ਜਾਂਦੀ ਹੈ ਸਾਹਮਣੇ ਕਿ ਅਸੀਂ ਕਿਸ ਤਰ੍ਹਾਂ ਵਿਚਰਨਾ ਔਰ ਕਿਸ ਤਰ੍ਹਾਂ ਆਪਣੇ ਭਵਿੱਖ ਦਾ ਜਿਹੜਾ ਰਾਹ ਹੈ ਉਸ ਨੂੰ ਸਵਾਰਨਾ। ਜੀ, ਜਿਵੇਂ ਗੱਲ ਕੀਤੀ ਹੈਗੀ ਹੈ ਵੀ ਬਾਹਰਲੇ ਦੇਸ਼ ਜਾ ਕੇ ਵੀ ਨੌਜਵਾਨਾਂ ਨੂੰ ਬਹੁਤ ਜਦੋਜਹਿਦ ਕਰਨੀ ਪੈਂਦੀ ਹੈ, ਕਿ ਤੁਹਾਨੂੰ ਇਹ ਲੱਗਦਾ ਵੀ ਉਹੀ ਕੰਮ ਸਾਡੇ ਮੁੰਡੇ ਕੁੜੀਆਂ ਇੱਥੇ ਕਰਨ ਤੋਂ ਤਾਂ ਸ਼ਰਮ ਮਹਿਸੂਸ ਕਰਦੇ ਆ, ਪਰ ਬਾਹਰ ਜਾ ਕੇ ਉਹ ਉਹੀ ਕੰਮ ਬੜੇ ਫਖਰ ਨਾਲ ਕਰਦੇ ਆ? ਬਿਲਕੁਲ, ਡਿਗਨਿਟੀ ਆਫ ਵਰਕ ਜਿਹੜੀ ਉਹਦੀ ਪਹਿਚਾਣ ਕਰਨੀ ਚਾਹੀਦੀ ਹੈ। ਬਾਹਰ ਜਾ ਕੇ ਸਾਡੇ ਮੁੰਡੇ ਕੁੜੀਆਂ ਜਿਹੜੇ ਆ ਉਹ ਦਿਨ ਰਾਤ ਕੰਮ ਕਰਦੇ ਆ ਔਰ ਛੁੱਟੀ ਵਾਲੇ ਦਿਨ ਵੀ ਕੰਮ ਕਰਦੇ ਆ। ਕੋਈ ਔਡ ਜਿਹੜੇ ਕੰਮ ਜਿਹੜੇ ਉਹਨਾਂ ਦਾ ਪ੍ਰੋਫੈਸ਼ਨਲ ਜਿਹੜਾ ਉਹਨਾਂ ਦਾ ਗਿਆਨ ਆ, ਜੋ ਉਹਨਾਂ ਦੀ ਸਕਿੱਲ ਹੈ, ਉਹਨਾਂ ਤੋਂ ਹਟ ਕੇ ਵੀ ਉਹ ਔਡ ਜੌਬਸ ਵੀ ਕਰਦੇ ਆ। ਉੱਥੇ ਹੁੰਦਾ ਕਿ ਆਪਣੇ ਆਪ ਨੂੰ ਕਿਵੇਂ ਆਪਾਂ ਸਰਵਾਈਵ ਕਰਨਾ, ਪੈਸਾ ਕਿਵੇਂ ਕਮਾਉਣਾ, ਆਪਣਾ ਨਿਰਵਾਹ ਕਿੱਦਾਂ ਕਰਨਾ, ਔਰ ਉੱਥੇ ਜਾ ਕੇ ਕਈ ਤਰ੍ਹਾਂ ਦਾ ਉਹਨਾਂ ਦੇ ਉੱਤੇ ਕਸ਼ੀਦਗੀ ਦਾ ਸਾਹਮਣਾ ਕਰਨਾ ਵੀ ਪੈਂਦਾ, ਕਈ ਤਰ੍ਹਾਂ ਦੀ ਟੈਨਸ਼ਨ ਉਹਨਾਂ ਦੇ ਉੱਤੇ ਡਿਵੈਲਪਮੈਂਟ ਹੁੰਦੀ ਹੈ ਔਰ ਕਈ ਤਰ੍ਹਾਂ ਦੇ ਨਾਲ ਉਹਨਾਂ ਦੇ ਹੈਲਥ ਦਾ ਵਿਗਾੜ ਵੀ ਹੁੰਦਾ। ਲੇਕਿਨ ਮੈਂ ਸਮਝਦਾ ਇਹ ਫਿਰ ਉਹੀ ਗੱਲ ਆ ਜਾਂਦੀ ਹੈ ਕਿ ਆਪਣੀ ਫਿਜ਼ੀਕਲੀ ਫਿਟ ਰੱਖਣਾ ਆਪਣੇ ਆਪ ਨੂੰ ਔਰ ਆਪਣੇ ਟੀਚਰ ਨੂੰ ਆਪਣੇ ਮੋਹਰੇ ਰੱਖਣਾ, ਆਪਣੀਆਂ ਸਟਰੈਂਥਸ ਨੂੰ ਪਹਿਚਾਨਣਾ ਔਰ ਮਿਹਨਤ ਕਰਨੀ। ਤੇ ਮੈਂ ਹਮੇਸ਼ਾ ਹੀ ਕਹਿੰਦਾ ਹੁੰਦਾ ਕਿ 5 Ds ਆ ਜਿਨ੍ਹਾਂ ਦਾ ਖਿਆਲ ਰੱਖਣਾ ਚਾਹੀਦਾ: ਡਿਵੋਸ਼ਨ, ਡੈਡੀਕੇਸ਼ਨ, ਡਿਲੀਜੈਂਸ, ਡਿਟਰਮੀਨੇਸ਼ਨ ਤੇ ਡਿਸਪਲਿਨ। ਇਹ ਜਿਹੜੀਆਂ ਚੀਜ਼ਾਂ ਹੈ ਇਹਨਾਂ ਦਾ ਅਗਰ ਆਪਾਂ ਖਿਆਲ ਰੱਖਾਂਗੇ ਤਾਂ ਮੈਂ ਸਮਝਦਾ ਕਿ ਕਿਤੇ ਵੀ ਹੋਈਏ, ਆਪਾਂ ਚਾਹੇ ਹਿੰਦੁਸਤਾਨ 'ਚ ਹੋਈਏ, ਪੰਜਾਬ 'ਚ ਹੋਈਏ ਜਾਂ ਬਾਹਰ ਕਿਤੇ ਹੋਈਏ, ਤੇ ਆਪਾਂ ਉਹਦਾ ਚੰਗਾ ਆਪਣੇ ਆਪ ਨੂੰ ਸੈੱਟ ਕਰ ਸਕਦੇ ਹਾਂ, ਇਸ ਕਾਮਯਾਬੀ ਦੀ ਰਾਹ ਦੇ ਉੱਤੇ ਤੁਰ ਸਕਦੇ। ਜਿੱਥੋਂ ਤੱਕ ਮਿਹਨਤ ਦੀ ਗੱਲ ਆ ਜਾਂਦੀ ਹੈਗੀ ਹੈ, ਸਾਡੀ ਨੌਜਵਾਨ ਪੀੜ੍ਹੀ ਦੇ ਵਿੱਚ ਇਹ ਰੁਝਾਨ ਹੋ ਚੁੱਕਿਆ ਵੀ ਆਈਲੈਟਸ ਜਿਹੜਾ ਹੈਗਾ ਉਹ 5 ਵਾਰੀ ਵੀ ਕਰ ਲੈਣਗੇ, ਉਹ 7 ਵਾਰੀ ਵੀ ਕਰ ਲੈਣਗੇ, ਪਰ ਕੋਈ ਵੀ ਸਾਡਾ ਨੌਜਵਾਨ ਹੈ, ਬਹੁਤ ਘੱਟ ਨੌਜਵਾਨ ਹੈ ਜਿਹੜੇ ਸਿਵਲ ਸਰਵਿਸ ਦੀ ਤਿਆਰੀ ਕਰਦੇ ਆ, ਤੇ ਫਿਰ ਸਰਕਾਰਾਂ ਦੇ ਉੱਤੇ ਦੋਸ਼ ਲਾਇਆ ਜਾਂਦਾ ਵੀ ਸਾਨੂੰ ਨੌਕਰੀ ਨਹੀਂ ਮਿਲਦੀ। ਬਿਲਕੁਲ, ਜਿਹੜਾ ਵੀ ਸਿਸਟਮ ਚੱਲਦਾ ਹੈ ਨਾ, ਸਿਸਟਮ ਦੀ ਇਨਪੁਟ ਆਉਣੀ ਚਾਹੀਦੀ ਹੈ ਤਾਂ ਫਿਰ ਸਿਸਟਮ ਦੀ ਆਊਟਪੁੱਟ ਨਿਕਲਦੀ ਹੈ। ਜਿਸ ਵੇਲੇ ਆਪਾਂ ਇਨਪੁਟ ਦੀ ਗੱਲ ਕਰਦੇ ਹਾਂ ਕਿ ਸਾਡੇ ਕੋਲ ਐਜੂਕੇਸ਼ਨ ਕਿਸ ਤਰ੍ਹਾਂ ਦੀ ਹੈ, ਅਸੀਂ ਕਿੰਨੀ ਮਿਹਨਤ ਕਰਦੇ ਹਾਂ, ਅਸੀਂ ਆਪਣੇ ਟੀਚੇ ਦੀ ਪ੍ਰਾਪਤੀ ਵਾਸਤੇ ਕਿੰਨੇ ਯਤਨਸ਼ੀਲ ਹੁੰਦੇ ਹਾਂ, ਇਹ ਸਾਰੀਆਂ ਗੱਲਾਂ ਇਨਪੁਟ ਦੇ ਤੌਰ ਦੇ ਉੱਤੇ ਸਾਡੇ ਸਾਹਮਣੇ ਆਉਂਦੀਆਂ, ਫਿਰ ਆਊਟਪੁੱਟ ਜਿਹੜੀ ਸਾਨੂੰ ਮਿਲਦੀ ਹੈ। ਯੂਨੀਵਰਸਿਟੀ ਵੱਲੋਂ ਵੀ ਬੱਚਿਆਂ ਨੂੰ ਸਾਡਾ ਜਿਹੜਾ ਪਲੇਸਮੈਂਟ ਸੈੱਲ ਹੈ, ਸਾਡਾ ਜਿਹੜਾ ਐਂਟਰਪ੍ਰੀਨਿਓਰਸ਼ਿਪ ਦੇ ਨਾਲ ਜੋੜਨ ਲਈ ਜਿਹੜੀ ਸਾਡੇ ਉਦਮ ਯੂਨੀਵਰਸਿਟੀ ਵੱਲੋਂ ਕੀਤੇ ਜਾਂਦੇ ਆ, ਉਹ ਅਸੀਂ ਬੱਚਿਆਂ ਨੂੰ ਇਹ ਵੀ ਕਹਿੰਦੇ ਆ ਕਿ ਤੁਸੀਂ PCS ਦੇ ਲਈ ਤਿਆਰੀ ਕਰੋ, ਆਪਾਂ ਸਿਵਲ ਸਰਵਿਸ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰੋ। ਕਈ ਤਰ੍ਹਾਂ ਦੇ ਸਰਕਾਰੀ ਜਿਹੜੇ ਆ ਅਦਾਰੇ ਹੈਗੇ ਆ, ਡਿਪਾਰਟਮੈਂਟ ਆਫ ਐਗਰੀਕਲਚਰ ਹੈ, ਸੋਇਲ ਕੰਜ਼ਰਵੇਸ਼ਨ ਹੈ ਔਰ ਇੰਜੀਨੀਅਰਿੰਗ ਦੇ ਵਿੱਚ ਬਹੁਤ ਤਰ੍ਹਾਂ ਦੇ ਹੈਗੇ ਆ, ਉਹ ਉਹਨਾਂ ਦੇ ਵਿੱਚ ਜਦੋਂ ਪੋਸਟਾਂ ਨਿਕਲਦੀਆਂ ਉਹਨਾਂ ਲਈ ਆਪਣੇ ਆਪ ਨੂੰ ਕੁਆਲੀਫਾਈ ਕਰਨ ਔਰ ਉਹਨਾਂ 'ਚ ਕੰਪੀਟ ਕਰਨ ਤੇ ਪੋਜ਼ਿਟਿਵਲੀ ਆਪਣੇ ਆਪ ਨੂੰ ਕੰਪੀਟੀਸ਼ਨ ਦੇ ਵਿੱਚ ਉਹ ਅਗਰ ਲਿਆਉਣਗੇ ਤਾਂ ਮੈਂ ਸਮਝਦਾ ਕਿ ਉਹ ਕਾਮਯਾਬੀ ਵੀ ਉਹਨਾਂ ਨੂੰ ਜ਼ਰੂਰ ਮਿਲੇਗੀ ਔਰ ਇਸ ਪਾਸੇ ਉਹਨਾਂ ਨੂੰ ਵਧਣਾ ਚਾਹੀਦਾ ਹੈ। ਔਰ ਆਪਣੇ ਮੈਂਟਰ ਜਿਹੜੇ ਐਕਸਪੀਰੀਅੰਸ ਬੰਦੇ ਆ, ਉਹਨਾਂ ਦੇ ਅਧਿਆਪਕ ਜਾਂ ਸਮਾਜ ਵਿੱਚ ਹੋਰ ਸੂਝਵਾਨ ਸੱਜਣ, ਉਹਨਾਂ ਦੇ ਨਾਲ ਉਹਨਾਂ ਨੂੰ ਜੋੜਨਾ ਚਾਹੀਦਾ, ਉਹਨਾਂ ਦੀ ਐਡਵਾਈਸ ਲੈਣੀ ਚਾਹੀਦੀ ਹੈ ਔਰ ਇਸ ਦੇ ਨਾਲ ਉਹਨਾਂ ਨੂੰ ਕਾਫੀ ਜਿਹੜੇ ਹੈ ਉਹ ਰਾਹ ਜਿਹੜੀ ਹੈ ਉਹਨਾਂ ਦੀ ਸਾਫ਼ ਹੋਏਗੀ। ਜੀ, ਤੇ ਸਰ ਵਾਪਸ ਮੁੜਦੇ ਆ ਜਿਹੜਾ ਭਵਿੱਖ ਤੇ ਗੱਲ ਕਰ ਰਹੇ ਹੈਗੇ ਆ, ਤੇ ਨੌਜਵਾਨਾਂ ਨੂੰ ਜਿਹੜੀ ਆਪਣੀ ਚੱਲਦੇ ਰਹਿਣ ਲਈ ਉਹਨਾਂ ਨੂੰ ਕਿਹੜੀਆਂ ਗੱਲਾਂ ਤੋਂ ਗੁਰੇਜ਼ ਕਰਨਾ ਚਾਹੀਦਾ? ਬਿਲਕੁਲ, ਇੱਕ ਤਾਂ ਅੱਜ ਕੱਲ ਜਿੱਦਾਂ ਰੁਝਾਨ ਡਰੱਗਸ ਦਾ ਬੜਾ, ਕਹਿੰਦੇ ਸਾਡਾ ਨੌਜਵਾਨ ਆ, ਇਹਨਾਂ ਨੂੰ ਜਦੋਂ ਨੌਕਰੀ ਨਹੀਂ ਮਿਲਦੀ ਤਾਂ ਉਹ ਹਤਾਸ਼ ਹੋ ਕੇ ਫਿਰ ਉਹ ਡਰੱਗ ਦੇ ਸਹਾਰਾ ਲੈਣਾ ਪੈਂਦਾ ਉਹਨਾਂ ਨੂੰ, ਇਹ ਬੜੀ ਮਾੜੀ ਗੱਲ ਆ। ਔਰ ਟੈਂਪਰੇਰੀ ਜਿਹੜੀ ਪਲੇਜਰ, ਜਿਹੜਾ ਆਨੰਦ ਥੋੜਾ ਜਿਹਾ ਲੈਣ ਵਾਸਤੇ ਉਹ ਸੌਖਾ ਰਸਤਾ ਜਿਹੜਾ ਲੱਭਦੇ ਆ, ਉਹਦੇ ਨਾਲ ਵੱਡੀ ਪੱਧਰ ਦੇ ਉੱਤੇ ਉਹਦਾ ਜਿਹੜਾ ਵਿਗਾੜ ਹੁੰਦਾ, ਇਸ ਤੋਂ ਜਿਹੜਾ ਗੁਰੇਜ਼ ਕਰਨਾ ਚਾਹੀਦਾ ਔਰ ਉਹਨਾਂ ਨੂੰ ਆਪਣੇ ਕਰੈਕਟਰ ਬਿਲਡਿੰਗ ਦੇ ਉੱਤੇ ਫੋਕਸ ਕਰਨਾ ਚਾਹੀਦਾ ਔਰ ਆਪਣੀ ਪੜ੍ਹਾਈ ਵੱਲ ਨੂੰ ਬੜਾ ਧਿਆਨ ਕਰਨਾ ਚਾਹੀਦਾ, ਕਿਉਂਕਿ ਘਰ ਵਾਲਿਆਂ ਨੇ ਵੀ ਉਹਨਾਂ ਨੂੰ ਪੜ੍ਹਾਈ ਦੇ ਲੜਦਾ ਆ ਔਰ ਜਿਹੜੀ ਐਜੂਕੇਸ਼ਨ ਹੁੰਦੀ ਹੈ ਇੰਜਨ ਫਾਰ ਡਿਵੈਲਪਮੈਂਟ ਹੁੰਦੀ ਹੈ ਔਰ ਜੇ ਉਹ ਅੱਛੀ ਤਰ੍ਹਾਂ ਪੜ੍ਹ ਸਕਣਗੇ, ਪੜ੍ਹਾਈ ਦੇ ਵਿੱਚ ਆਪਣੇ ਟੀਚੇ ਤੇ ਪਹੁੰਚ ਸਕਣਗੇ ਤਾਂ ਉਹਨਾਂ ਦੇ ਕਈ ਰਸਤੇ ਜਿਹੜੇ ਆ ਉਹ ਖੁੱਲਣਗੇ। ਔਰ ਯੂਥ ਜਿਹੜਾ ਹੈ ਉਹਨਾਂ ਨੂੰ ਇਨਸਪੀਰੇਸ਼ਨ ਲੈਣੀ ਚਾਹੀਦੀ ਹੈ, ਆਪਣੇ ਆਈਡਲ ਬਣਾਉਣੇ ਚਾਹੀਦੇ ਹੈ, ਆਪਣੇ ਹੀਰੋ ਬਣਾਉਣੇ ਚਾਹੀਦੇ ਹੈ, ਉਹਨਾਂ ਤੋਂ ਆਪਾਂ ਨੂੰ ਇਨਫੋਰਮੇਸ਼ਨ, ਇਨਸਪੀਰੇਸ਼ਨ ਜਿਹੜੀ ਹੈ, ਮੋਟੀਵੇਸ਼ਨ ਉਹ ਲੈਣੀ ਚਾਹੀਦੀ ਹੈ। ਔਰ ਕਹਿੰਦੇ ਆ ਕਿ ਨਿਪ ਦੀ
ਨਿਵਲ ਇਨ ਦੀ ਬਡ। ਸ਼ੁਰੂ ਦੇ ਵਿੱਚ ਹੀ ਅਗਰ ਕਿਸੇ ਮਾੜੀ ਗੱਲ ਜਦੋਂ ਪੈਦਾ ਹੋ ਰਹੀ ਹੈ ਉਹਨੂੰ ਰੋਕਤਾ ਜਾਵੇ ਤਾਂ ਉਹ ਵੱਡਾ ਨੁਕਸਾਨ ਹੋਣ ਤੋਂ ਬਚ ਜਾਂਦਾ। ਤੇ ਇਸ ਲਈ ਘਰਦਿਆਂ ਨੂੰ, ਸਕੂਲ ਦੇ ਜਾਂ ਕਾਲਜ ਦੇ ਜਿਹੜੇ ਟੀਚਰਸ ਨੂੰ, ਉਹਨਾਂ ਸਾਰਿਆਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜੇ ਇਸ ਤਰ੍ਹਾਂ ਦਾ ਯੂਥ ਦੇ ਵਿੱਚ ਤੁਹਾਨੂੰ ਕਿਸੇ ਤਰ੍ਹਾਂ ਦੀ ਕਮੀ ਨਜ਼ਰ ਆਉਂਦੀ ਹੈ ਤੇ ਉਹਦੇ ਵੱਲ ਨੂੰ ਆਪਾਂ ਜਿਹੜੀ ਹੈ ਉਹ ਅਟੈਂਸ਼ਨ ਦਈਏ। ਜੀ, ਜਿਵੇਂ ਤੁਸੀਂ ਇੱਕ ਨਾਇਕ ਦੀ ਗੱਲ ਕੀਤੀ ਵੀ ਸਾਨੂੰ ਆਪਣਾ ਰੋਲ ਮਾਡਲ ਬਣਾਉਣਾ ਚਾਹੀਦਾ ਕੋਈ, ਸੋ ਇੱਥੇ ਅਸੀਂ ਕਹਿੰਦੇ ਹੁੰਦੇ ਆ ਵਾਤਾਵਰਨ ਦਾ ਬਹੁਤ ਪ੍ਰਭਾਵ ਪੈਂਦਾ ਸਾਡੇ ਤੇ। ਕੀ ਤੁਹਾਨੂੰ ਲੱਗਦਾ ਵੀ ਸਾਡੇ ਨੌਜਵਾਨ ਹੈਗੇ, ਚਾਹੇ ਉਹ ਸੰਗੀਤਕ ਖੇਤਰ ਨੂੰ ਲੈ ਕੇ ਹੋਵੇ, ਚਾਹੇ ਉਹ ਸਹੀ ਨਾਇਕ ਚੁਣ ਰਹੇ ਹੈਗੇ ਆਪਣੇ? ਬਿਲਕੁਲ, ਮੈਂ ਸਮਝਦਾ ਕਿ ਜਦੋਂ ਨੌਜਵਾਨ ਜਿਹੜਾ ਹੈ ਉਹ ਦੇਖਦਾ ਕਿ ਮੇਰੇ 'ਚ ਕਿਸ ਤਰ੍ਹਾਂ ਦੀ ਐਪਟੀਚਿਊਡ ਆ, ਉਹਦਾ ਦਿਲ ਕੀ ਕਰਦਾ। ਕਈ ਵਾਰੀ ਕੋਈ ਜਿਹੜੀ ਹੈਗੀ ਰੈਸਲਿੰਗ ਕਰਦਾ, ਕਈ ਮਿਊਜ਼ਿਕ ਦੇ ਵਿੱਚ ਚਲੇ ਜਾਂਦੇ ਆ, ਕੋਈ ਫਿਲਮ ਇੰਡਸਟਰੀ 'ਚ ਆਉਣ ਲੱਗ ਗਏ ਆ, ਕਈ ਜਿਹੜੇ ਆ ਐਜੂਕੇਸ਼ਨ 'ਚ ਆਉਂਦੇ ਆ, ਕਈਆਂ ਨੇ ਆਪਣਾ ਜਿਹੜਾ ਐਂਟਰਪ੍ਰੀਨਿਓਰਸ਼ਿਪ ਬਣਾਉਣਾ ਸ਼ੁਰੂ ਕਰਤਾ, ਕਈ ਜਿਹੜੇ ਮੋਟੀਵੇਸ਼ਨਲ ਸਪੀਕਰ ਬਣ ਜਾਂਦੇ ਆ। ਬਹੁਤ ਸਾਰੀਆਂ ਅਪਰਚੁਨਿਟੀਜ਼ ਹੈ ਔਰ ਜਿਹੜਾ ਉਹ ਨਾਇਕ ਚੁਣਨਗੇ, ਨਾਇਕ ਦੀ ਜ਼ਿੰਦਗੀ ਨੂੰ ਪੜ੍ਹਨਗੇ, ਉਹਨਾਂ ਦੀ ਸਕਸੈਸ ਸਟੋਰੀਜ਼ ਤੋਂ ਆਪਣੇ ਆਪ ਨੂੰ ਜਾਣਕਾਰੀ ਹਾਸਲ ਕਰਨਗੇ ਤਾਂ ਉਹਨਾਂ ਨੂੰ ਰਸਤਾ ਮਿਲੇਗਾ ਕਿ ਮੈਂ ਇਹ ਕੰਮ ਕਰ ਲਵਾਂ ਤਾਂ ਜ਼ਿਆਦਾ ਅੱਛਾ ਹੈ। ਕਈ ਵਾਰੀ ਆਪਾਂ ਇਹ ਕਹਿੰਦੇ ਆ ਕਿ ਜਿਹੜੀਆਂ ਰੂਟੀਨ ਦੇ ਵਿੱਚ ਆਪਾਂ ਨੌਕਰੀ ਪੇਸ਼ੇ ਦੀ ਤਲਾਸ਼ ਕਰਦੇ ਆ, ਉਹਦੀ ਬਜਾਏ ਕੁਝ ਤੁਹਾਨੂੰ ਹੋਰ ਇਸ ਤਰ੍ਹਾਂ ਰਸਤਾ ਮਿਲ ਜਾਣਾ ਜੇ ਤੁਹਾਡੇ ਦੇ ਵਿੱਚ ਕੋਈ ਸਕਿੱਲ ਹੋਵੇ। ਤੇ ਮੈਂ ਸਮਝਦਾ ਕਿ ਨੌਜਵਾਨਾਂ ਨੂੰ ਆਪਣੀ ਜਿਹੜੀ એનર્ਜੀ ਹੈ ਉਹ ਸਹੀ ਦਿਸ਼ਾ ਵਿੱਚ ਲਾਉਣੀ ਚਾਹੀਦੀ ਹੈ। ਔਰ ਜ਼ਿੰਦਗੀ ਜਿਹੜੀ ਹੈ ਇਹ ਬਹੁਤ ਖੂਬਸੂਰਤ ਹੈ ਔਰ ਯੂਥ ਜਿਹੜਾ ਹੈ, ਨੌਜਵਾਨ ਦਾ ਜਿਹੜਾ ਸਮਾਂ ਹੈ, ਇਹ ਇੱਕ ਖੂਬਸੂਰਤ ਜ਼ਿੰਦਗੀ ਦਾ ਇੱਕ ਖੂਬਸੂਰਤ ਪੜਾਅ ਹੈ। ਉਸ ਪੜਾਅ ਦੇ ਵਿੱਚ ਆਪਣੇ ਆਪ ਨੂੰ ਸੰਭਾਲਣਾ ਚਾਹੀਦਾ ਔਰ ਜੋਸ਼ ਤੇ ਹੋਸ਼ ਦੋਨੇ ਚੀਜ਼ਾਂ ਵੱਲ ਖਿਆਲ ਰੱਖਣਾ ਚਾਹੀਦਾ। ਜੇ ਪ੍ਰਮਾਤਮਾ ਨੇ ਸਾਨੂੰ ਇਸ ਮੌਕੇ, ਇਸ ਪੜਾਅ ਦੇ ਉੱਤੇ ਜੋਸ਼ ਬਖਸ਼ਿਆ ਤਾਂ ਸਾਨੂੰ ਹੋਸ਼ ਵੀ ਨਾਲ ਕਾਇਮ ਰੱਖਣੀ ਚਾਹੀਦੀ ਹੈ ਤਾਂ ਜ਼ਰੂਰ ਹੀ ਆਪਾਂ ਆਪਣੇ ਟੀਚੇ ਤੇ ਕਾਮਯਾਬੀ ਨਾਲ ਪਹੁੰਚ ਸਕਾਂਗੇ। ਜੀ, ਤੇ ਜੇ ਅੱਜ ਦੇ ਵਿਸ਼ੇ ਦੀ ਜੇ ਪ੍ਰਤੀਯੋਗਤਾ ਦੇ ਸਮੇਂ ਦੀ ਗੱਲ ਕਰਦੇ ਹਾਂ, ਫਿਰ ਇੱਥੇ ਜੈਂਡਰ ਦੀ ਗੱਲ ਕਰਾਂਗੇ, ਕੁੜੀਆਂ ਤੇ ਮੁੰਡੇ। ਮਤਲਬ ਸਾਡਾ ਜਿਹੜਾ ਸਮਾਜ ਉਹ ਵੀ ਬਦਲ ਰਿਹਾ ਹੈਗਾ, ਬਰਾਬਰ ਦੇ ਮੌਕੇ ਅਸੀਂ ਦੇ ਰਹੇ ਹੈਗੇ ਆ। ਇਹ ਮਤਲਬ ਜਨਮ ਅਧਿਕਾਰ ਹੈਗਾ ਕੁੜੀਆਂ ਦਾ ਬਰਾਬਰ ਦਾ, ਅਸੀਂ ਨਹੀਂ ਕਹਿ ਸਕਦੇ ਵੀ ਅਸੀਂ ਬਰਾਬਰ ਮੌਕਾ ਦੇ ਰਹੇ ਹਾਂ। ਸੋ ਇਸ ਮੁੰਡੇ ਤੇ ਕੁੜੀਆਂ ਦੇ ਵਿੱਚ ਕੋਈ ਮਤਲਬ ਤੁਹਾਨੂੰ ਲੱਗਦਾ ਹੈਗਾ ਵੀ ਕੋਈ ਫਰਕ ਕੀਤਾ ਜਾਂਦਾ ਜਾਂ ਤੁਸੀਂ ਕਿਸ ਨਜ਼ਰੀਏ ਨਾਲ ਦੇਖਦੇ ਆ? ਮੈਂ ਸਮਝਦਾ ਕਿ ਪੁਰਾਣੇ ਸਮੇਂ ਦੇ ਵਿੱਚ ਗੱਲ ਮੰਨਣ ਚਾਹੁੰਦੀ ਸੀ ਕਿ ਕੁੜੀਆਂ ਤੇ ਮੁੰਡਿਆਂ ਦੇ ਵਿੱਚ ਫਰਕ ਹੈਗਾ, ਲੇਕਿਨ ਹੁਣ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਤੁਸੀਂ ਯੂਨੀਵਰਸਿਟੀਆਂ 'ਚ ਦੇਖੋ, ਤੁਹਾਨੂੰ ਉਨੇ ਮੁੰਡੇ ਮਿਲਣਗੇ, ਉਨੀਆਂ ਕੁੜੀਆਂ ਮਿਲਣਗੀਆਂ। ਤੇ ਮੈਂ ਕਈ ਐਸੀਆਂ ਯੂਨੀਵਰਸਿਟੀਆਂ ਜਾਣਦਾ ਜਿੱਥੇ ਕੁੜੀਆਂ ਦੀ ਸੰਖਿਆ ਜਿਹੜੀ ਹੈ ਉਹ ਜ਼ਿਆਦਾ ਹੈਗੀ ਮੁੰਡਿਆਂ ਨਾਲੋਂ। ਇਹਦਾ ਮਤਲਬ ਇਹ ਹੈ ਕਿ ਘਰ ਦੇ ਵਿੱਚ ਪਰਵਰਿਸ਼ 'ਚ ਕੋਈ ਕਮੀ ਨਹੀਂ ਔਰ ਬੱਚੇ ਜਿਹੜੇ ਆ ਉਹ ਜਦੋਂ ਹੁੰਦੇ ਆ ਤੇ ਘਰ ਵਾਲੇ ਨੂੰ ਬਹੁਤ ਪਿਆਰੇ ਆ। ਔਰ ਅੱਜ ਕੱਲ ਦੇ ਸਮੇਂ ਦੇ ਵਿੱਚ ਅੱਗੇ ਸੀਗੀਆਂ ਜੁਆਇੰਟ ਫੈਮਿਲੀਜ਼, ਹੁਣ ਹੈਗੀਆਂ ਨਿਊਕਲੀਅਰ ਫੈਮਿਲੀਜ਼, ਇੱਕ ਦੋ ਦੋ ਬੱਚੇ ਆ। ਜੇ ਲੜਕੀ ਵੀ ਹੈਗੀ ਉਹਨੂੰ ਵੀ ਓਨਾ ਹੀ ਪਿਆਰ ਮਿਲਦਾ, ਜੇ ਲੜਕਾ ਹੈ ਉਹਨੂੰ ਵੀ ਓਨਾ ਪਿਆਰ ਮਿਲਦਾ। ਉਹਨੇ ਐਜੂਕੇਸ਼ਨ ਦੇ ਮੌਕੇ ਜਿਹੜੇ ਉਹਨਾਂ ਨੂੰ ਮਿਲਦੇ ਆ, ਉਹ ਬੱਚੇ ਜਿਹੜੇ ਅੱਗੇ ਵੱਧਦੇ ਆ ਔਰ ਨੌਕਰੀਆਂ ਦੇ ਵਿੱਚ ਔਰ ਪੜ੍ਹਾਈ ਲਿਖਾਈ ਦੇ ਵਿੱਚ, ਐਜੂਕੇਸ਼ਨਲ ਇੰਸਟੀਟਿਊਸ਼ਨ ਦੇ ਵਿੱਚ ਲੜਕੀਆਂ ਜਿਹੜੀਆਂ ਲੜਕਿਆਂ ਨਾਲੋਂ ਵੀ ਜ਼ਿਆਦਾ ਉਤਸ਼ਾਹ ਦੇ ਨਾਲ ਅੱਗੇ ਆ ਰਹੀਆਂ। ਔਰ ਕੋਈ ਐਸਾ ਸ਼ੋਭਾ ਨਹੀਂ ਹੈ, ਕੋਈ ਐਸਾ ਪ੍ਰੋਫੈਸ਼ਨ ਨਹੀਂ ਹੈ ਜਿਹੜੇ ਅੱਗੇ ਲੜਕੇ ਕਰਦੇ ਹੁੰਦੇ ਸੀ ਕੰਮ, ਉਹ ਲੜਕੀਆਂ ਕਰਨ ਲੱਗ ਗਈਆਂ। ਡਿਫੈਂਸ ਹੋਵੇ, ਰੇਲਵੇ ਹੋਵੇ, ਡਰਾਈਵਿੰਗ ਹੋਵੇ ਔਰ ਇੰਜੀਨੀਅਰਿੰਗ ਹੋਵੇ, ਵੈਟਰਨਰੀ ਹੋਵੇ, ਮੈਡੀਸਿਨ ਹੋਵੇ, ਕੋਈ ਐਸਾ ਖੇਤਰ ਨਹੀਂ ਹੈ ਜਿਹਦੇ ਵਿੱਚ ਲੜਕੀਆਂ ਜਦੋਂ ਜ਼ਿਆਦਾ ਨਹੀਂ ਕਰਦੀਆਂ। ਔਰ ਇਹ ਦੇਖਿਆ ਗਿਆ ਕਿ ਲੜਕੀਆਂ ਜਿਹੜੀਆਂ ਹੈ ਪੜ੍ਹਾਈ ਲਿਖਾਈ ਦੇ ਵਿੱਚ ਜ਼ਿਆਦਾ ਸਿੰਸੀਅਰ ਹੈ। ਜਦੋਂ ਬੋਰਡ ਦੇ ਜਾਂ ਕਿਤੇ ਕੰਪੀਟੀਸ਼ਨ ਦੇ ਐਗਜ਼ਾਮ ਦੇ ਰਿਜ਼ਲਟ ਨਿਕਲਦੇ ਆ ਤਾਂ ਆਪਾਂ ਦੇਖਦੇ ਹਾਂ ਕਿ ਜਦੋਂ ਮੈਰਿਟ ਲਿਸਟ ਹੁੰਦੀ ਉਹ 'ਚ ਲੜਕੀਆਂ ਦੇ ਨਾਂ ਸਗੋਂ ਜ਼ਿਆਦਾ ਹੁੰਦੇ ਆ। ਤਾਂ ਇਹਦਾ ਮਤਲਬ ਇਹ ਹੈ ਕਿ ਲੜਕੀਆਂ ਜ਼ਿਆਦਾ ਡਿਸਿਪਲਿਨਡ ਹੈ। ਤੇ ਜੇ ਆਪਾਂ ਯੂਨੀਵਰਸਿਟੀਆਂ ਦੇ ਹੋਸਟਲਾਂ ਵਿੱਚ ਜਾਈਏ ਤਾਂ ਤੁਸੀਂ ਦੇਖੋਗੇ ਲੜਕਿਆਂ ਦੇ ਜਿਹੜੇ ਕਮਰੇ ਆ ਉਗੜ ਦੁਗੜ ਹੋਣਗੇ, ਕੱਪੜੇ ਇੱਧਰ ਉੱਧਰ ਪਏ ਹੋਣਗੇ, ਕੋਈ ਵੈਲ ਆਰਗੇਨਾਈਜ਼ਡ ਚੀਜ਼ਾਂ ਨਹੀਂ ਹੋਣਗੀਆਂ, ਬੂਟ ਕਿਤੇ ਪਏ, ਚੱਪਲਾਂ ਕਿਤੇ ਪਈਆਂ। ਲੇਕਿਨ ਜਦੋਂ ਲੜਕੀਆਂ ਦੇ ਤੁਸੀਂ ਕਮਰੇ 'ਚ ਜਾਂਦੇ ਹੋ ਉਹ ਵੈਲ ਆਰਗੇਨਾਈਜ਼ਡ ਹੈ, ਕਿਤਾਬਾਂ ਉਹਨਾਂ ਦੀਆਂ ਟਿਕਾ ਕੇ ਰੱਖੀਆਂ, ਚਾਦਰ ਉਹਨਾਂ ਦੀ ਪੂਰੀ ਸਹੀ ਤਰ੍ਹਾਂ ਵਿਛੀ ਹੈ, ਚੱਪਲ ਟਿਕਾਣੇ ਸਿਰ ਪਈ ਹੈ, ਟੇਬਲ ਸਹੀ ਹੈ, ਕੁਰਸੀ ਸਹੀ ਹੈ। ਇਹਦਾ ਮਤਲਬ ਹੈ ਕਿ ਪ੍ਰਮਾਤਮਾ ਨੇ ਵੀ ਇੱਕ ਘਰ ਨੂੰ ਸੁਧਾਰਨ ਵਾਸਤੇ, ਘਰ ਨੂੰ ਸੰਭਾਲਣ ਵਾਸਤੇ ਲੜਕੀਆਂ ਦੇ ਵਿੱਚ ਐਸੀ ਖਮਤਾ, ਐਸੀ ਇਨਸਟਿੰਕਟ ਬਖਸ਼ੀ ਹੈ। ਉਹ ਲੜਕੀਆਂ ਜਿਹੜੀਆਂ ਜ਼ਿਆਦਾ ਯੋਗਦਾਨ ਪਾ ਸਕਦੀਆਂ। ਤਾਂ ਮੈਂ ਨਹੀਂ ਸਮਝਦਾ ਕਿ ਕਿਸੇ ਤਰ੍ਹਾਂ ਦੀ ਡਿਸਕ੍ਰਿਮੀਨੇਸ਼ਨ ਹੈ ਲੜਕੇ ਤੇ ਲੜਕੀ ਦੇ ਵਿੱਚ। ਅਪਰਚੁਨਿਟੀਜ਼ ਵੀ ਬਰਾਬਰ ਹੈ। ਉਹ ਜਿਹੜਾ ਕੰਮ ਲੜਕੇ ਕਰਦੇ ਸੀ ਉਹ ਲੜਕੀਆਂ ਵੀ ਕਰ ਸਕਦੀਆਂ। ਲੜਕੇ ਤੇ ਲੜਕੀਆਂ ਅੱਜ ਕੱਲ੍ਹ ਮੋਢੇ ਦੇ ਮੋਢਾ ਲਾ ਕੇ ਇਕੱਠੇ ਅੱਗੇ ਵਧ ਰਹੇ ਆ ਔਰ ਕਾਮਯਾਬੀ ਦੇ ਵਿੱਚ ਹੈ। ਜਦੋਂ ਆਪਾਂ ਕਹਿੰਦੇ ਹਾਂ ਕਿ 65% ਸਾਡੀ ਜਿਹੜੀ ਪਾਪੂਲੇਸ਼ਨ ਹੈ ਉਹ ਯੂਥ ਹੈ, ਉਹਦੇ ਵਿੱਚ ਤਕਰੀਬਨ 50% ਲੜਕੀਆਂ, 50% ਲੜਕੇ ਆ। ਇਸ ਕਰਕੇ ਜੇ ਹਿੰਦੁਸਤਾਨ ਦੀ ਜਾਂ ਭਾਰਤ ਦੀ ਜਾਂ ਪੰਜਾਬ ਦੀ ਜਿਹੜੀ ਸਟਰੈਂਥ ਹੈ, ਜੇ ਆਪਾਂ ਕਹਿੰਦੇ ਯੂਥ ਹੈ, ਤਾਂ ਯੂਥ ਵਿੱਚ ਲੜਕੀਆਂ ਦਾ ਵੀ ਉਹਨਾਂ ਹਿੱਸਾ ਹੈ ਤੇ ਲੜਕਿਆਂ ਦਾ ਵੀ ਉਹਨਾਂ ਹਿੱਸਾ ਹੈ। ਤਾਂ ਮੈਂ ਸਮਝਦਾ ਕਿ ਦੋਨਾਂ ਨੂੰ ਰਲ ਕੇ ਅੱਗੇ ਵਧਣਾ ਔਰ ਆਪਣੇ ਆਪ ਪੋਟੈਂਸ਼ੀਅਲ ਨੂੰ ਪਹਿਚਾਨਣਾ ਔਰ ਕਾਮਯਾਬੀ ਦੀ ਰਾਹ ਦੇ ਉੱਤੇ ਤੁਰਨਾ ਔਰ ਦੇਸ਼ ਦਾ ਵਿਕਾਸ ਕਰਨਾ, ਇਹ ਦੋਵਾਂ ਦਾ ਹੀ ਫਰਜ਼
ਇਹ ਵੀ ਦੇਖੋ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੀ ਜਿਹੜੀ ਗੁਰੂ ਕਾਸ਼ੀ ਯੂਨੀਵਰਸਿਟੀ ਦੀ ਜਿਹੜੀ ਵਾਈਸ ਚਾਂਸਲਰ ਹੈਗੇ ਆ ਮੈਡਮ SK ਬਾਵਾ ਆ, ਉਹ ਵੀ ਇੱਕ ਲੜਕੀ ਹੈ। ਔਰ ਇਸੇ ਤਰ੍ਹਾਂ ਹੀ ਦੇਸ਼ ਦੇ ਵਿੱਚ ਬਹੁਤ ਸਾਰੇ ਐਸੇ ਅਦਾਰੇ ਹੈ ਜਿਨ੍ਹਾਂ ਦੇ ਵਿੱਚ ਲੜਕੀਆਂ ਜਿਹੜੀਆਂ, ਚਾਹੇ ਉਹ ਬੈਂਕਿੰਗ ਸੈਕਟਰ ਹੈ, ਚਾਹੇ ਉਹ ਇੰਡਸਟਰੀਅਲ ਸੈਕਟਰ ਹੈ, ਉਹ ਲੜਕੀਆਂ ਹੈਗੀਆਂ। ਤੇ ਇੱਕ ਪ੍ਰੋਗਰਾਮ ਬੜਾ ਕਾਮਨਲੀ ਅਸੀਂ ਦੇਖਦੇ ਹਾਂ ਕਿ ਜਿਹੜਾ ਹੈਗਾ ਸ਼ਾਰਕ ਟੈਂਕ, ਉਹਦੇ 'ਚ ਲੜਕੀਆਂ ਜਿਹੜੀਆਂ ਹੈ ਉਹ ਬੜਾ ਉਭਰਵਾਂ ਰੋਲ ਪਲੇ ਕਰ ਰਹੀਆਂ ਔਰ ਜਿਹੜੇ ਵੀ ਐਂਟਰਪ੍ਰੀਨਰ ਹੈ ਉਹਨਾਂ ਨੂੰ ਉਹ ਫੰਡ ਕਰ ਰਹੀਆਂ। ਔਰ ਲੜਕੀਆਂ ਦਾ ਯੋਗਦਾਨ ਬਹੁਤ ਵੱਡਾ ਦੇਸ਼ ਦੇ ਵਿਕਾਸ ਦੇ ਵਿੱਚ। ਔਰ ਅੱਜ ਕੱਲ ਕੋਈ ਫਰਕ ਨਹੀਂ ਹੈ ਕਿ ਲੜਕੀ ਹੈ ਕਿ ਲੜਕਾ ਹੈ, ਅਪਰਚੁਨਿਟੀ ਨੂੰ ਜਿਸ ਨੇ ਗ੍ਰੈਬ ਕਰ ਲਿਆ ਔਰ ਆਪਣੇ ਆਪ ਨੂੰ ਅੱਗੇ ਵਧਾ ਲਿਆ ਔਰ ਆਪਣੀ TC ਤੱਕ ਪਹੁੰਚ ਗਏ, ਉਹ ਚਾਹੇ ਲੜਕੀ ਹੋਵੇ ਚਾਹੇ ਲੜਕਾ ਹੋਵੇ, ਕਾਮਯਾਬੀ ਉਹਨਾਂ ਦੇ ਜਿਹੜੇ ਝੋਲੀ ਪੈਂਦੀ ਹੈ। ਤਾਂ ਇਸ ਕਰਕੇ ਇਹ ਲੜਕੀ ਲੜਕੇ ਦੀ ਗੱਲ ਨੂੰ ਛੱਡ ਕੇ ਆਪਾਂ ਯੂਥ ਦੀ ਗੱਲ ਕਰੀਏ ਕਿ ਅੱਗੇ ਵਧਣਾ, ਬਸ ਐਕਸੈਲਸੀਅਰ, ਹਰ ਚੀਜ਼ ਨੂੰ ਪਿੱਛੇ ਛੱਡ ਜਾਣਾ, ਆਪਣੇ ਜਿਹੜੀ ਟੀਚੇ ਨੂੰ ਮੋਹਰੇ ਰੱਖ ਕੇ ਔਰ ਉਦਮ ਕਰਨਾ ਔਰ ਬੜਾ ਹੀ ਸਿੰਸੀਅਰ ਉਦਮ ਕਰਨਾ ਤਾਂ ਕਿ ਅਸੀਂ ਆਪਣੀ ਜਿਹੜੀ ਪ੍ਰਾਪਤੀ ਹੈ ਉਹ ਕਰ ਸਕੀਏ। ਸਰ, ਇੱਕ ਸਵਾਲ ਜਿਹੜਾ ਅਖੀਰ ਦੇ ਵਿੱਚ ਹੋਰ ਮੇਰੇ ਜ਼ਿਹਨ ਦੇ ਵਿੱਚ ਆ ਰਿਹਾ ਸੀ ਵੀ ਪਹਿਲਾਂ ਸਾਡੇ ਕੋਲੇ ਕੁਝ ਕੁ ਸੀਮਤ ਕੋਰਸ ਸੀਗੇ ਜਿਹੜੇ ਅਸੀਂ ਚੁਣਨੇ ਹੁੰਦੇ ਸੀਗੇ। ਸੋ ਅੱਜ ਦੇ ਸਮੇਂ ਦੇ ਵਿੱਚ ਸਾਡੇ ਕੋਲੇ ਬਹੁਤ ਜ਼ਿਆਦਾ ਜਿਹੜੇ ਹੈਗੇ ਐਜੂਕੇਸ਼ਨ ਸਿਸਟਮ ਸਾਡਾ ਬਹੁਤ ਵਿਸ਼ਾਲ ਹੋ ਚੁੱਕਿਆ। ਸੋ ਫਿਰ ਵੀ ਜਿਹੜਾ ਹੈਗਾ ਯੂਥ ਇਹਨਾਂ ਨੂੰ ਮਤਲਬ ਜਾਂ ਤਾਂ ਡਿਸਾਈਡ ਕਰਨ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ ਵੀ ਉਹ ਸਹੀ ਕੀਤਾ ਜਿਹੜਾ ਜਾਂ ਸਹੀ ਕੋਰਸ ਆ ਜਿਹੜਾ ਨਹੀਂ ਅਪਣਾ ਸਕਦੇ। ਸੋ ਇਹਦੇ ਬਾਰੇ ਵੀ ਅਸੀਂ ਤੁਹਾਡੇ ਵਿਚਾਰ ਜਾਣਨੇ ਚਾਹਾਂਗੇ। ਬਿਲਕੁਲ ਮਨਪ੍ਰੀਤ ਜੀ, ਗੱਲ ਤੁਸੀਂ ਠੀਕ ਕਹੀ ਹੈ ਔਰ ਸਮੇਂ ਦੇ ਨਾਲ ਨਾਲ ਹਰ ਚੀਜ਼ 'ਚ ਵਿਕਾਸ ਹੁੰਦਾ ਔਰ ਦੇਸ਼ ਦੇ ਵਿਕਾਸ ਦੇ ਨਾਲ ਜੁੜਦੀਆਂ ਹੋਈਆਂ ਜਿਹੜੇ ਡਿਸਪਲਿਨ ਹੈਗੇ ਆ, ਡੋਮੇਨ ਹੈਗੇ ਆ, ਉਹਨਾਂ ਨੂੰ ਅੱਗੇ ਲਿਆਇਆ ਜਾਂਦਾ। ਪਹਿਲਾਂ ਕੁਝ ਚੋਣਵੇਂ ਜਿਹੜੇ ਖੇਤਰ ਹੁੰਦੇ ਸੀਗੇ ਪੜ੍ਹਾਈ ਲਿਖਾਈ ਦੇ ਵਿੱਚ ਵੀ, ਆਪਾਂ ਕਹਿੰਦੇ ਸੀ ਜਾਂ ਇਸਨੇ ਮੈਡੀਕਲ ਕਰਨਾ ਜਾਂ ਇੰਜੀਨੀਅਰਿੰਗ ਕਰਨੀ ਹੈ ਜਾਂ ਨਾਨ ਮੈਡੀਕਲ ਕਰਨਾ ਜਾਂ ਕੋਈ ਕੰਪਿਊਟਰ ਕਰਨਾ। ਤੇ ਲੇਕਿਨ ਹੁਣ ਸਮਾਂ ਜਿਹੜਾ ਬਦਲ ਗਿਆ ਔਰ ਸਮੇਂ ਦੇ ਨਾਲ ਨਾਲ ਕਈ ਤਰ੍ਹਾਂ ਦੀਆਂ ਰੈਵੋਲੂਸ਼ਨਸ ਆ ਗਈਆਂ। ਔਰ ਜੇ ਇੰਡਸਟਰੀਅਲ ਰੈਵੋਲੂਸ਼ਨ ਦੀ ਗੱਲ ਕਰੀਏ, ਹੁਣ ਇੰਡਸਟਰੀਅਲ ਰੈਵੋਲੂਸ਼ਨ 4th ਹੈ, ਇਹਦੇ 'ਚ ਡਿਜੀਟਾਈਜੇਸ਼ਨ ਹੈ, ਇਹਦੇ 'ਚ ਕਈ ਤਰ੍ਹਾਂ ਦੇ ਐਸੇ ਨਵੇਂ ਇੰਟਰਨੈਟ ਆਫ ਥਿੰਗਸ ਔਰ ਆਰਟੀਫੀਸ਼ੀਅਲ ਇੰਟੈਲੀਜੈਂਸ, ਇਸ ਤਰ੍ਹਾਂ ਦੇ ਜਿਹੜੇ ਵਿਸ਼ੇ ਹੈ ਉਹ ਸਾਹਮਣੇ ਆ ਗਏ ਜਿਨ੍ਹਾਂ ਦੇ ਵਿੱਚ ਨਵੀਆਂ ਸੰਭਾਵਨਾਵਾਂ ਪੈਦਾ ਹੋਈਆਂ। ਸਾਡਾ ਜਿਹੜਾ ਨੌਜਵਾਨ ਹੈ ਔਰ ਯੂਨੀਵਰਸਿਟੀਆਂ ਦੇ ਵਿੱਚ ਜਿਹੜੇ ਪ੍ਰੋਗਰਾਮ ਬਣਾਏ ਜਾਂਦੇ ਆ ਉਹ ਵੀ ਇਹਨੀਆਂ ਨਵੀਆਂ ਸੰਭਾਵਨਾਵਾਂ ਨੂੰ ਮੱਦੇਨਜ਼ਰ ਰੱਖ ਕੇ ਬਣਾਏ ਜਾਂਦੇ ਆ ਔਰ ਉਹਨਾਂ ਨੂੰ ਗਾਈਡ ਕੀਤਾ ਜਾਂਦਾ, ਉਹ ਇਹਨਾਂ ਪਾਸੇ ਤੁਰ ਸਕਦੇ ਆ। ਬਾਕੀ ਨੌਜਵਾਨ ਨੂੰ ਆਪ ਸੂਝ-ਬੂਝ ਇਹ ਹੁੰਦੀ ਹੈ ਕਿ ਮੇਰਾ ਐਪਟੀਟਿਊਡ ਕੀ ਹੈ, ਮੈਂ ਕਿੱਧਰਲੇ ਪਾਸੇ ਜਾ ਕੇ ਜ਼ਿਆਦਾ ਕੰਟਰੀਬਿਊਟ ਕਰ ਸਕਦਾ, ਮੇਰਾ ਮਨ ਕੀ ਕਹਿੰਦਾ। ਮੇਰਾ ਮੈਡੀਕਲ ਵਾਲਾ ਨਾਨ ਮੈਡੀਕਲ ਨਹੀਂ ਕਰਨਾ ਪਸੰਦ ਕਰਦਾ, ਕਈਆਂ ਨੂੰ ਮੈਥਮੈਟਿਕਸ ਅੱਛਾ ਲੱਗਦਾ, ਕਈਆਂ ਨੂੰ ਮੈਥਮੈਟਿਕਸ ਅੱਛਾ ਨਹੀਂ ਲੱਗਦਾ, ਕਈਆਂ ਨੂੰ ਬਾਇਓਲੋਜੀ ਅੱਛੀ ਲੱਗਦੀ ਹੈ। ਇਸ ਤਰ੍ਹਾਂ ਨੌਜਵਾਨ ਆਪਣੀ ਜਿਹੜੀ ਰਿਕੁਆਇਰਮੈਂਟ, ਆਪਣਾ ਐਪਟੀਟਿਊਡ, ਉਸ ਨੂੰ ਦੇਖਦੇ ਹੋਏ ਆਪਣੇ ਵਿਸ਼ੇ ਦੀ ਜਿਹੜੀ ਚੋਣ ਕਰ ਸਕਦਾ। ਔਰ ਅੱਜ ਕੱਲ ਜਿਹੜੇ ਉਪਲਬਧ ਤੇ ਆਪਣੀ ਐਜੂਕੇਸ਼ਨ ਸਿੱਖਿਆ ਹੈ ਉਹਦੇ ਵਿੱਚ ਜਿਹੜੇ ਖੇਤਰ ਹੈ ਉਹਦੇ ਵਿੱਚ ਸਾਨੂੰ ਜਿਹੜੀਆਂ ਅਪਰਚੂਨਿਟੀਜ਼ ਮਿਲਦੀਆਂ ਉਹ ਚੋਣ ਕਰ ਸਕਦਾ। ਔਰ ਸਾਡੀ ਜਿਹੜੀ ਨੈਸ਼ਨਲ ਐਜੂਕੇਸ਼ਨ ਪਾਲਿਸੀ 2020 ਹੈ ਉਸ ਦੇ ਵਿੱਚ ਵੀ ਇਹ ਪ੍ਰਾਵਧਾਨ ਹੈ ਕਿ ਮੰਨ ਲਓ ਇੱਕ ਬੰਦਾ ਜਿਹੜਾ ਕੋਈ ਸਟੂਡੈਂਟ ਹੈ ਉਹ ਕੋਈ ਕਿੱਤਾ ਮੁਖੀ ਪ੍ਰੋਗਰਾਮ ਕਰਦਾ ਔਰ ਉਹਨੂੰ ਨਹੀਂ ਠੀਕ ਲੱਗਦਾ, ਉਹ ਛੱਡ ਸਕਦਾ। ਉਸ ਤੋਂ ਬਾਅਦ ਕਿਸੇ ਥੋੜੇ ਸਮੇਂ ਹੋਰ ਮਲਟੀਪਲ ਐਂਟਰੀ ਦੇ ਹਿਸਾਬ ਨਾਲ ਉਹ ਅੱਗੇ ਆ ਸਕਦਾ। ਤਾਂ ਸਰਕਾਰਾਂ ਦੇ ਤੌਰ ਦੇ ਉੱਤੇ, ਪਾਲਿਸੀ ਘਾੜਿਆਂ ਵੱਲੋਂ ਵੀ ਇਹ ਚੀਜ਼ਾਂ ਨੂੰ ਦੇਖ ਕੇ ਸਾਡੀ ਨੌਜਵਾਨ ਪੀੜ੍ਹੀ, ਕਿਉਂਕਿ ਹਿੰਦੁਸਤਾਨ ਦੇ ਵਿੱਚ ਬਹੁਤ ਵੱਡੀ ਸੰਖਿਆ ਦੇ ਵਿੱਚ ਨੌਜਵਾਨ ਆ ਜਿਹੜਾ ਕਿ ਬਹੁਤ ਵੱਡੀ ਤਾਕਤ ਹੈ ਦੇਸ਼ ਦੀ, ਔਰ ਉਹਨਾਂ ਦੇ ਭਵਿੱਖ ਨੂੰ ਦੇਖਦਿਆਂ ਹੋਇਆਂ ਨਵੇਂ ਪ੍ਰੋਗਰਾਮ ਜਿਹੜੇ ਸ਼ੁਰੂ ਕੀਤੇ ਜਾਂਦੇ ਔਰ ਨੌਜਵਾਨ ਉਹਨਾਂ ਪ੍ਰੋਗਰਾਮਾਂ ਨੂੰ ਅਪਣਾ ਕੇ ਅੱਗੇ ਵੱਧ ਸਕਦੇ ਆ। ਆਪਣੇ ਲਈ ਉਹ ਦਿਸ਼ਾ ਤੇ ਆਪਣਾ ਦਸ਼ਾ ਜਿਹੜੀ ਆ ਉਹ ਕ੍ਰੀਏਟ ਕਰ ਸਕਦੇ ਆ ਤਾਂ ਕਿ ਆਪਣੀ ਜ਼ਿੰਦਗੀ ਨੂੰ ਕਾਮਯਾਬ ਕਰ ਸਕਣ। ਤੋ ਅੱਜ ਦੇ ਪ੍ਰੋਗਰਾਮ ਸੰਵਾਦ ਦੇ ਵਿੱਚ ਅਸੀਂ ਜਿਹੜਾ ਇੱਕ ਵਿਚਾਰ ਕੀਤਾ ਜੀ, ਪ੍ਰਤੀਯੋਗਿਤਾ ਦੇ ਸਮੇਂ ਵਿੱਚ ਨੌਜਵਾਨ ਸਫਲਤਾ ਦੀ ਰਾਹ ਤੇ ਕਿਵੇਂ ਤੁਰਨ, ਤੇ ਇਸ ਵਿਸ਼ੇ ਤੇ ਸਾਡੇ ਨਾਲ ਵਿਚਾਰ ਸਾਂਝੇ ਕੀਤੇ ਡਾਕਟਰ ਜਗਤਾਰ ਸਿੰਘ ਧੀਮਾਨ, ਪ੍ਰੋ ਵਾਈਸ ਚਾਂਸਲਰ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ। ਸੋ ਸਰ, ਬਹੁਤ ਧੰਨਵਾਦ ਤੁਹਾਡਾ ਮਨਪ੍ਰੀਤ ਜੀ, ਬਹੁਤ ਧੰਨਵਾਦ ਤੁਹਾਡਾ ਕਿ ਬਹੁਤ ਅੱਛੀ ਸ਼ੁਰੂਆਤ ਤੁਸੀਂ ਕੀਤੀ ਹੈ ਸੰਵਾਦ ਰਚਾ ਕੇ। ਔਰ ਗੁਰੂ ਕਾਸ਼ੀ ਯੂਨੀਵਰਸਿਟੀ ਦਾ ਜਿਹੜੇ ਰੇਡੀਓ ਸਟੇਸ਼ਨ ਹੈ ਇਸ ਦੇ ਵਿੱਚ ਯੂਥ ਦੀ ਬਿਹਤਰੀ ਵਾਸਤੇ, ਯੂਥ ਦੇ ਦਿਸ਼ਾ ਨਿਰਦੇਸ਼ ਵਾਸਤੇ ਜਿਹੜਾ ਆਪਾਂ ਅੱਜ ਸੰਵਾਦ ਰਚਾਇਆ, ਸੱਚਮੁੱਚ ਇੱਕ ਬਹੁਤ ਵਧੀਆ, ਤੁਸੀਂ ਵੀ ਵਧਾਈ ਦੇ ਪਾਤਰ ਹੋ ਜੀ। ਬਹੁਤ ਸ਼ੁਕਰੀਆ ਸਰ ਇਹ ਮੌਕਾ ਦੇਣ ਲਈ। ਤੇ ਇਸ ਦੇ ਨਾਲ ਹੀ ਮੈਨੂੰ ਮਨਪ੍ਰੀਤ ਬਰਾੜ ਨੂੰ ਪ੍ਰੋਗਰਾਮ ਸੰਵਾਦ ਸਮਾਪਤ ਕਰਨ ਦੀ ਦਿਓ ਇਜਾਜ਼ਤ। ਧੰਨਵਾਦ।